Hello दोस्तों, welcome to Siddhi Punjab. So today in this discussion we are going to discuss the current affairs from 12th to 18th December. ਜਿਹੜੇ ਵੀ important current affairs ਆ ਉਹ ਮੈਂ ਤੁਹਾਡੇ ਨਾਲ discuss ਕਰਾਂਗੀ. Here is the list of the current affairs that we are going to discuss today. ਠੀਕ ਹੈ ਜੀ, ਅੱਗੇ ਵਧਣ ਤੋਂ ਪਹਿਲਾਂ again I would like to inform you that we are there to assist you in all your preparation. ਸਾਡੇ various GS batches are already running. ਅਗਰ ਤੁਸੀਂ beginner ਹੋ GS classes join ਕਰੋ to complete your entire syllabus. अगर ਤੁਸੀਂ already ਕੁਝ ਲੈਵਲ ਦੀ ਪ੍ਰੈਪਰੇਸ਼ਨ ਕਰ ਚੁੱਕੇ ਹੋ then focus on revising, giving testing yourself that are you able to you know you know actually retain what you are learning. ठीक है, so get information with regard to all of this. You can WhatsApp us on this number. This is our contact info. You can contact us at any time to get your doubts clarified. WhatsApp करो, that would be preferable. ठीक है जी, ਸੋ ਲੈਟਸ ਸਟਾਰਟ ਵਿਦ ਦ ਡਿਸਕਸ਼ਨ। ਸੋ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਦੇ ਬਾਰੇ ਨਿਊਜ਼ ਆ ਰਹੀ ਹੈ। ਠੀਕ ਹੈ ਜੀ, ਕਰੰਟ ਰਾਜ ਸਭਾ ਜਿਹੜੇ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਹੈ ਜਗਦੀਪ ਧਨਕਰ, ਜਾਂ ਰਾਜ ਸਭਾ ਚੇਅਰਪਰਸਨ ਜਾਂ ਚੇਅਰਮੈਨ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਇਹ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਵੀ ਹੁੰਦੇ ਨੇ। ਠੀਕ ਹੈ ਜੀ, ਐਕਸ-ਫਿਸ਼ੀਓ ਚੇਅਰਮੈਨ ਬਣ ਜਾਂਦੇ ਨੇ। ਆਈ ਹੋਪ ਯੂ ਅੰਡਰਸਟੈਂਡ, ਪੋਲਿਟੀ ਦੇ ਬੇਸਿਕਸ ਪੜ੍ਹਨਾ ਜ਼ਰੂਰੀ ਹੈ ਟੂ ਅੰਡਰਸਟੈਂਡ ਆਲ ਆਫ ਦੀਸ ਥਿੰਗਸ, ਰਾਈਟ। ਸੋ ਦੇਖੋ, ਰਾਜ ਸਭਾ, ਦੇਖੋ ਇੰਡੀਆ ਦੀ ਪਾਰਲੀਮੈਂਟ 'ਚ ਦੋ ਸੈਕਸ਼ਨਸ ਹੁੰਦੇ ਨੇ, ਇੱਕ ਹੈ ਲੋਕ ਸਭਾ, ਇੱਕ ਹੈ ਰਾਜ ਸਭਾ, ਲੋਅਰ ਹਾਊਸ, ਅਪਰ ਹਾਊਸ। ਠੀਕ ਹੈ, ਇਹ ਅਪਰ ਹਾਊਸ ਦੇ ਚੇਅਰਮੈਨ ਕੌਣ ਨੇ? ਇਹ ਵਾਈਸ ਪ੍ਰੈਜ਼ੀਡੈਂਟ, ਜਿਹੜੇ ਕੀ ਹੈ ਪ੍ਰੈਜ਼ੈਂਟਲੀ ਜਗਦੀਪ ਧਨਕਰ। ਸੋ ਇਹ ਇਸ਼ੂ ਕਿਆ ਹੈ ਕਿ ਇਹ ਜਿਹੜੇ ਚੇਅਰਮੈਨ ਹੈ ਇਹਨਾਂ ਦਾ ਰੋਲ ਐਂਡ ਰਿਸਪੌਂਸਿਬਿਲਿਟੀ ਹੈ ਕਿ ਡੈਕੋਰਮ ਬਣਾ ਕੇ ਰੱਖਣ ਪੂਰੇ ਹਾਊਸ 'ਚ। ਓਪੋਜੀਸ਼ਨ ਐਮਪੀਜ਼ ਨੂੰ ਵੀ ਇਕੁਅਲ ਓਪਰਚੁਨਿਟੀ ਮਿਲੇ ਐਜ਼ ਗਵਰਨਮੈਂਟ ਐਮਪੀਜ਼ ਆਰ getting to converse to put their opinion, ਰਾਈਟ। ਬਟ ਹੁਣ ਕਿਆ ਹੋ ਰਿਹਾ ਹੈ ਕਿ ਓਪੋਜੀਸ਼ਨ ਐਮਪੀਜ਼ ਜਿਹੜੇ ਹੈ ਇੰਡੀਆ ਬਲੌਕ, ਜਿਹਨੂੰ ਆਪਾਂ ਕਹਿ ਰਹੇ ਹਾਂ ਪ੍ਰੈਜ਼ੈਂਟ ਜਿਹੜੀ ਓਪੋਜੀਸ਼ਨ ਹੈ ਉਹਨੂੰ ਇੰਡੀਆ ਬਲੌਕ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਕਾਂਗਰਸ ਐਂਡ ਅਦਰ ਪਾਰਟੀਜ਼ ਆਰ ਕੰਬਾਈਨਡ ਇਨ ਦਿਸ। ਸੋ ਇਹ ਇੰਡੀਆ ਬਲੌਕ ਜਿਹੜਾ ਹੈ ਇਹ ਅਕਿਊਜ਼ ਕਰ ਰਿਹਾ ਹੈ ਕਿ ਜਿਹੜੇ ਇਹ ਆਪਣੇ ਕਰੰਟ ਵਾਈਸ ਪ੍ਰੈਜ਼ੀਡੈਂਟ ਹੈ ਜਾਂ ਚੇਅਰਮੈਨ ਹੈ ਰਾਜ ਸਭਾ ਦੇ, ਹੀ ਇਜ਼ ਨਾਟ ਐਕਟਿੰਗ ਇਨ ਅ ਇੰਪਾਰਸ਼ੀਅਲ ਮੈਨਰ। ਠੀਕ ਹੈ, ਰਾਦਰ ਓਪੋਜੀਸ਼ਨ ਨੂੰ ਟਾਈਮ ਨਹੀਂ ਮਿਲਦਾ, ਓਪੋਜੀਸ਼ਨ ਨੂੰ ਓਪਰਚੁਨਿਟੀ ਨਹੀਂ ਮਿਲਦੀ ਟੂ ਟਾਕ ਇਨ ਰਾਜ ਸਭਾ, ਤੇ ਗਵਰਨਮੈਂਟ ਜਿਹੜਾ ਹੈ ਸਾਰਾ ਟਾਈਮ ਹੌਗ ਕਰ ਰਹੀ ਹੈ ਕਾਈਂਡ ਆਫ, ਰਾਈਟ। ਸੋ ਇਹਨਾਂ ਦੀ ਐਕੁਜ਼ੀਸ਼ਨ ਹੈ ਕਿ ਬਈ ਇਹਨਾਂ ਨੂੰ ਰਿਮੂਵ ਕੀਤਾ ਜਾਵੇ ਇੰਪਾਰਸ਼ਲੀ, ਤੇ ਬਾਇਸਡ ਮੈਨਰ 'ਚ ਇਹ ਐਕਚੁਅਲੀ ਕੰਮ ਕਰ ਰਹੇ ਨੇ। ਠੀਕ ਹੈ, ਸੋ ਇਸ ਲਈ ਇਹ ਨਿਊਜ਼ 'ਚ ਹੈ। ਯੂ ਜਸਟ ਹੈਵ ਟੂ ਨਾਓ ਨੋ ਐਵਰੀਥਿੰਗ ਅਬਾਊਟ ਰਾਜ ਸਭਾ ਚੇਅਰਮੈਨ, ਕਿਉਂਕਿ ਇਹ ਨਿਊਜ਼ 'ਚ ਹੈ, ਕੁਛ ਵੀ ਕੁਐਸਚਨ 'ਚ ਆ ਸਕਦਾ ਹੈ। ਸੋ ਰੀਡ ਐਵਰੀਥਿੰਗ ਅਬਾਊਟ ਵਾਟ ਇਜ਼ ਰਾਜ ਸਭਾ ਚੇਅਰਮੈਨ। ਠੀਕ ਹੈ, ਤੁਹਾਨੂੰ ਆਪਦੀ ਪੋਲਿਟੀ ਦੀ ਲਕਸ਼ਮੀਕਾਂਤ ਬੁੱਕ 'ਚ ਮਿਲ ਜਾਏਗਾ। ਜਿਹੜੇ ਬੱਚਿਆਂ ਨੂੰ ਕੁਛ ਨਹੀਂ ਪਤਾ ਇਹਦੇ ਬੇਸਿਕਸ ਪੜ੍ਹੋ, ਰਾਈਟ। ਐਂਡ ਰਿਮੂਵਲ ਇਹਨਾਂ ਦਾ ਕਿਵੇਂ ਹੁੰਦਾ ਹੈ, ਅਪਾਇੰਟਮੈਂਟ ਕਿਵੇਂ ਹੁੰਦਾ ਹੈ। ਠੀਕ ਹੈ, ਸੋ ਆਈ ਵਿਲ ਜਸਟ ਡਿਸਕਸ ਏਅਰ ਰਿਮੂਵਲ ਪ੍ਰੋਸੈਸ, ਕਿਉਂਕਿ ਦੈਟ ਇਜ਼ ਵਾਟ ਇਜ਼ ਇਨ ਨਿਊਜ਼, ਕਿਉਂਕਿ ਇਹਨਾਂ ਨੂੰ ਰਿਮੂਵ ਕਰਨ ਦੀ ਡਿਮਾਂਡ ਕੀਤੀ ਜਾ ਰਹੀ ਹੈ। ਠੀਕ ਹੈ, ਸੋ ਰਿਮੂਵ ਕਰਨ ਲਈ ਦੇਖੋ ਰੈਜ਼ੋਲਿਊਸ਼ਨ ਸਭ ਤੋਂ ਪਹਿਲਾਂ ਇੰਟਰੋਡਿਊਸ ਕਰਨਾ ਪੈਂਦਾ ਹੈ, ਤੇ ਵਾਈਸ ਪ੍ਰੈਜ਼ੀਡੈਂਟ ਜਾਂ ਚੇਅਰਮੈਨ ਨੂੰ ਰਿਮੂਵ ਕਰਨ ਲਈ ਰਾਜ ਸਭਾ 'ਚ ਹੀ ਰੈਜ਼ੋਲਿਊਸ਼ਨ ਜਿਹੜਾ ਇੰਟਰੋਡਿਊਸ ਕੀਤਾ ਜਾ ਸਕਦਾ ਹੈ। ਲੋਕ ਸਭਾ 'ਚ ਇਹ ਰੈਜ਼ੋਲਿਊਸ਼ਨ ਇੰਟਰੋਡਿਊਸ ਨਹੀਂ ਕੀਤਾ ਜਾ ਸਕਦਾ, ਯਾਨੀ ਕਿ ਲੋਕ ਸਭਾ ਸਮਝ ਲਓ ਉਹਦੀਆਂ ਘੱਟ ਪਾਵਰਸ ਹੈ ਵਿਦ ਰਿਗਾਰਡ ਟੂ ਰਾਜ ਸਭਾ ਇਨ ਦਿਸ ਮੈਟਰ। ਠੀਕ ਹੈ, ਵਾਈਸ ਚੇਅਰਮੈਨ ਜਾਂ ਵਾਈਸ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨ ਲਈ ਰਾਜ ਸਭਾ 'ਚ ਹੀ ਰੈਜ਼ੋਲਿਊਸ਼ਨ ਸਟਾਰਟ ਕੀਤਾ ਜਾ ਸਕਦਾ ਹੈ, ਤੇ 14 ਡੇਜ਼ ਦਾ ਆਪਾਂ ਨੂੰ ਚੇਅਰਮੈਨ ਨੂੰ ਐਡਵਾਂਸ ਨੋਟਿਸ ਦੇਣਾ ਪੈਂਦਾ ਹੈ ਕਿ ਵੀ ਤੁਹਾਡਾ ਰਿਮੂਵਲ ਲਈ ਅਸੀਂ ਰੈਜ਼ੋਲਿਊਸ਼ਨ ਪਾਸ ਕਰਾਂਗੇ। ਫਿਰ ਇਸ ਰੈਜ਼ੋਲਿਊਸ਼ਨ ਤੇ ਹਾਊਸ ਦੇ ਵਿੱਚ ਵੋਟਿੰਗ ਹੁੰਦੀ ਹੈ। ਰਾਜ ਸਭਾ ਵਿੱਚ ਇਹ ਇਫੈਕਟਿਵ ਮੈਜੋਰਿਟੀ ਨਾਲ ਕਲੀਅਰ ਹੋਣੀ ਚਾਹੀਦੀ ਹੈ, ਰਾਈਟ। ਨਾਓ ਯੂ ਵਿਲ ਟੈਲ ਮੀ ਇਨ ਦੀ ਕਮੈਂਟ ਸੈਕਸ਼ਨ ਇਫੈਕਟਿਵ ਮੈਜੋਰਿਟੀ ਕਿਆ ਹੈ। ਆਲ ਆਫ ਦਿਸ ਇਜ਼ ਦੇਅਰ ਇਨ ਯੋਰ ਬੁੱਕਸ, ਯੂ ਸ਼ੁੱਡ ਰੀਡ ਦ ਬੇਸਿਕਸ ਵੈਲ। ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਚੀਜ਼ਾਂ ਨਹੀਂ ਸਮਝ ਆਉਂਦੀਆਂ, ਸਾਡਾ ਪੋਲਿਟੀ ਕੋਰਸ ਜਾਂ GS ਕੋਰਸ 'ਚ ਐਨਰੋਲ ਕਰੋ। ਵੀ ਆਰ ਡਿਸਕਸਿੰਗ ਆਲ ਆਫ ਦੀਜ਼ ਥਿੰਗਸ ਇਨ ਵੈਰੀ ਮਚ ਡਿਟੇਲਸ ਟੂ ਮੇਕ ਯੂ ਅੰਡਰਸਟੈਂਡ ਇਟ ਵੈਰੀ ਈਜ਼ੀਲੀ। ਠੀਕ ਹੈ, ਸੋ ਇਫੈਕਟਿਵ ਮੈਜੋਰਿਟੀ ਨਾਲ ਅਗਰ ਇਹ ਪਾਸ ਹੋ ਜਾਂਦਾ ਹੈ ਦੈਨ ਫਾਈਨਲੀ ਜਿਹੜਾ ਹੈ ਲੋਕ ਸਭਾ ਵਿੱਚ ਉਹ ਰੈਜ਼ੋਲਿਊਸ਼ਨ ਜਾਏਗਾ, ਜਿੱਥੇ ਸਿੰਪਲ ਮੈਜੋਰਿਟੀ ਨਾਲ ਅਗਰ ਰੈਜ਼ੋਲਿਊਸ਼ਨ ਪਾਸ ਹੋ ਜਾਏ ਤਾਂ ਦ ਚੇਅਰਮੈਨ ਵਿਲ ਸਟੈਂਡ ਰਿਮੂਵਡ। ਠੀਕ ਹੈ, ਨਾਓ ਹੁਣ ਜਦੋਂ ਇਹ ਰੈਜ਼ੋਲਿਊਸ਼ਨ ਡਿਸਕਸ਼ਨ 'ਚ ਹੁੰਦਾ ਹੈ, ਰਿਮੂਵਲ ਦਾ ਰੈਜ਼ੋਲਿਊਸ਼ਨ ਜਦ ਡਿਸਕਸ਼ਨ 'ਚ ਹੈ, ਤਾਂ ਵਾਈਸ ਚੇਅਰਮੈਨ ਦੀ ਪਾਵਰਸ ਕਿਆ ਰਹਿਣਗੀਆਂ? ਉਹ ਤਾਂ ਰਾਜ ਸਭਾ ਦਾ ਚੇਅਰਪਰਸਨ ਹੈ, ਉਹ ਇਹ ਸਾਰਾ ਰੈਜ਼ੋਲਿਊਸ਼ਨ ਦਾ ਪ੍ਰੋਸੈਸ ਖਾਰਿਜ ਵੀ ਕਰਾ ਸਕਦਾ ਹੈ। ਬਟ ਐਵੇਂ ਨਹੀਂ ਹੈ, ਬਿਕੋਜ਼ ਹੀ ਕੈਨੋਟ ਪ੍ਰੈਜ਼ਾਈਡ ਐਟ ਦੈਟ ਟਾਈਮ, ਹੀ ਕੈਨੋਟ ਵੋਟ ਔਨ ਆਲ ਦੀਜ਼ ਮੈਟਰਸ ਐਟ ਦੈਟ ਟਾਈਮ। ਉਹ ਉੱਥੇ ਬੈਠੇ ਹੋ ਸਕਦੇ ਹੈ, ਆਪਦਾ ਓਪੀਨੀਅਨ ਆਪਦਾ ਸਾਈਡ ਰੱਖ ਸਕਦੇ ਨੇ, ਉਹ ਪ੍ਰੋਸੀਡਿੰਗਸ 'ਚ ਪਾਰਟੀਸਿਪੇਟ ਕਰ ਸਕਦੇ ਹੈ, but he does not has any voting right or presidency right at that time when this resolution is in discussion. Other times ਤੇ ਉਹ ਫਿਰ ਵੀ ਚੇਅਰਮੈਨ ਹੀ ਰਹਿਣਗੇ, ਕਿਉਂਕਿ ਹਜੇ ਉਹ ਰਿਮੂਵ ਥੋੜੀ ਹੋਏ ਨੇ, ਰਾਈਟ। ਬਟ ਜਸਟ ਫॉर resolution he will not be there.
ठीक है, ये बेसिक इन्हां दा प्रोसीजर है। देखो चेयरमैन का रोल काफ़ी इंपॉर्टेंट हुंदा है राज्य सभा च। राज्य सभा अपना सैकेंड चैंबर है अपनी पार्लीमेंट का, ते इंपॉर्टेंट डेमोक्रेटिक चैंबर है। ये पूरे चैंबर नू कंडक्ट फेयर तरीके नाल कराने लई, इंपार्शल तरीके नाल कराने लई ਜਿਹੜਾ ਹੈ राज्य सभा ਦੇ चेयरमैन ਦਾ ਰੋਲ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਆਪਾਂ ਨਹੀਂ ਚਾਹੁੰਦੇ ਕਿ ਸਿਰਫ ਗਵਰਨਮੈਂਟ ਦੇ ਐਮਪੀਜ਼ ਨੂੰ ਟਾਈਮ ਮਿਲੇ। ਓਪੋਜੀਸ਼ਨ ਇਜ਼ ਦੀ ਵਨ ਐਕਚੁਅਲੀ ਜੋ ਗਵਰਨਮੈਂਟ ਨੂੰ ਅਕਾਊਂਟੇਬਲ ਠਹਿਰਾਉਂਦੀ ਹੈ, ਤਾਂ ਉਹਦੇ ਲਈ ਉਹਨਾਂ ਨੂੰ ਸਪੀਕ ਕਰਨ ਦਾ ਟਾਈਮ, ਓਪਰਚੁਨਿਟੀ, ਇਕੁਅਲ ਫੇਅਰ ਚਾਂਸ ਮਿਲਣਾ ਚਾਹੀਦਾ ਹੈ। ਠੀਕ ਹੈ, ਸੋ ਦੈਟ ਇਜ਼ ਵਾਈ ਦਿਸ ਸਪੈਸ਼ਲੀ ਦਿਸ ਆਫਿਸ ਇਜ਼ ਵੈਰੀ ਇੰਪੋਰਟੈਂਟ। राज्य सभा विच ऑर्डर डेकोरम रखने ਲਈ ਜ਼ਰੂਰੀ ਹੈ। ਆਈ ਨਹੀਂ ਹੈ ਕਿ ਚੱਪਲਾਂ ਚੱਲ ਰਹੀਆਂ ਹੈ ਜਾਂ ਕੁਰਸੀਆਂ ਤੋੜੀਆਂ ਜਾ ਰਹੀਆਂ ਹੈ। दैट इज़ वाई इट इज़ इंपॉर्टेंट। पार्लीमेंटरी प्रिविलेजेस ਦਾ ਕਨਸੈਪਟ ਹੁੰਦਾ ਆਰਟੀਕਲ 105 ਵਿੱਚ ਹੈ। ਤੋ ਇਹਨੂੰ ਵੀ ਅਪਹੋਲਡ ਕਰਨ ਲਈ ਇਹਦਾ ਰੋਲ, ਚੇਅਰਮੈਨ ਦਾ ਰੋਲ राज्य सभा 'ਚ ਇੰਪੋਰਟੈਂਟ ਹੁੰਦਾ ਹੈ। ठीक है, सो ओवरऑल एवें समझो कि ये हैड है हाउस दे। जिवें अपने छोटे हुंदे क्लास च मॉनिटर्स हुंदे सी, वो सारी क्लास नू डेकोरम च रखदे आ जद टीचर नहीं हुंदा है। सो एवें ही समझ लो ये काइंड ऑफ मॉनिटर ने राज्य सभा दे। इन्हां ने सब दा ध्यान रखना है, ये किसी दी तरफ बायस्ड नहीं हो सकते, है ना, कि भाई दुश्मन दा नाम बोर्ड ते लिखी जा रहा, मैम तो डांट पएगी। सो दैट इज़ वॉट इज़ नॉट रिक्वायर्ड ऑफ दिस चेयरमैन, इसीलिए इन्हां दा इंपॉर्टेंट रोल है। ठीक है, सो ये चीज़ां याद करो राज्य सभा चेयरमैन के बारे। क्वेश्चन कैन बी देयर इन प्रीलिम्स और मेन्स। ठीक है जी, सो जिवें मैं इन्फॉर्म कर रही थी तुहानू, साडे जीएस बैचेस चल रहे ने ऑलरेडी। फ्रैश बैच हुणी ही स्टार्ट होया है टू प्रिपेयर यू वैल फॉर पीसीएस एग्जाम। अगर अफसर बनने का तुसीं सुपना देखते हो तो प्लीज़ डेडिकेटेड तैयारी करो। ठीक है, तैयारी करना बहुत ज़रूरी है क्योंकि एग्जाम हाईली कॉम्पिटिटिव है। बहुत सारे बच्चे बहुत पढ़ के बैठे ने टू क्लियर द एग्जाम। सो यू शुड ऑल्सो प्रिपेयर योर सेल्फ वेल टू बी एबल टू अचीव योर ड्रीम गोल। ठीक है, और जेडे बच्चे ऑलरेडी पढ़ चुके ने वो प्लीज़ टेस्ट सीरीज पे फोकस करो टू टेस्ट की भी तुहानू कुछ आंदा है कि नहीं। प्रीलिम्स मेन्स दोनों दी टेस्ट सीरीज दी प्रैक्टिस करो सो दैट जदों एग्जाम आवे यू आर कंप्लीटली रेडी टू जस्ट रिवाइज एंड टेक द एग्जामिनेशन। ठीक है जी, सो अगेन इन्हां बारे जानकारी लैन लई जस्ट मैसेज अस ऑन दिस नंबर, दिस इज़ आर कंटैक्ट इन्फो। व्हाट्सएप करो टू गेट मोर डिटेल्स अबाउट द कोर्सेस। राइट नाउ इस तो बाद नैक्सट न्यूज़ आइटम है कोड ऑफ कंडक्ट विद रिगार्ड टू जजिस। ठीक है जी, हुण देखो जुडिशरी अगेन बहुत इंपॉर्टेंट पिलर है साडी डेमोक्रेसी का। जुडिशरी इंश्योर करती है कि कॉन्स्टिट्यूशनल वैल्यूज अपहोल्ड होण। राइट, बट इत्थे एक जज ने खुद ही कॉन्स्टिट्यूशनल वैल्यूज नू हार्म किया है। राइट, सो पहला बैकग्राउंड देख लेने न्यूज़ का। न्यूज़ क्या है, इलाहाबाद हाईकोर्ट के जज ने जस्टिस शेखर कुमार यादव, ठीक है, इन्हां ने एक रिलीजियस कम्यूनिटी ते कुछ बैड कमेंट्स किते हैं। तुसीं एवें समझो, ये कह रहे ने कि ए कम्यूनिटी दे बच्चे जेड़े कि काइंड ऑफ मास मीट बकरा वगैरह खांदे ने, इन्हां नू टॉलरेंस काइंडनैस किवें कोई सिखा पाएगा। राइट, सो काइंड ऑफ रिलीजन बेस्ड कमेंट, बहुत ही हाईली बाइस्ड रिलीजन बेस्ड कमेंट इन्हां दे द्वारा किया गया है, विच इज़ वेरी मच अगेंस्ट दी कॉन्स्टिट्यूशनल वैल्यूज ऑफ सैक्यूलरिज्म, इक्वालिटी या इवन जुडिशियल इंपार्शियलिटी बहुत वड्डा प्रिंसिपल है। ठीक है, सो इन्होंने काफ़ी सारे कॉन्स्टिट्यूशनल वैल्यूज नू खुद हार्म किया है, वेयर एज जुडिशरी इज मेंट टू सेफ गार्ड दी कॉन्स्टिट्यूशनल मोरल्स एंड वैल्यूज दैमसेल्व्स। ठीक है, सो इसीलिए डिस्कशन हो रही है कि भाई जुडिशरी दे कंडक्ट नू कंट्रोल करने लई क्या करना चाहिए है या क्या किया गया है ऑलरेडी। ठीक है, सो ओदे रिगार्डिंग जुडिशरी च एथिक्स मेनटेन करने लई, वैल्यूज हाई मोरैलिटी मेनटेन करने लई एक्चुअली 1997 विच एक कोड या तुसी कह सकते हो सैट ऑफ गाइडलाइंस दित्तिया गया सी जुडिशरी नू, विच इज़ नोन एज रीस्टेटमेंट ऑफ वैल्यूज ऑफ जुडिशियल लाइफ। ठीक है, नाम याद रखो, यू कैन राइट इट इन दी आंसर्स। रीस्टेटमेंट ऑफ वैल्यूज ऑफ जुडिशियल लाइफ, दैट हाउ जुडिशरी नीड्स टू कंडक्ट इटसेल्फ, जुडिशरी का बिहेवियर किस तरीके नाल होना चाहिए है। राइट, नाउ ये की पॉइंट्स क्या है, व्हाट इज एक्सपेक्टेड ऑफ द जुडिशरी। सब तो पहला देखो ये कहा जाता है कि हमेशा इंपार्शल वे विच जुडिशरी ने कंडक्ट करना है सो दैट पीपल कुड हैव फेथ इन द जुडिशरी कि भी साडी जुडिशरी है। जिवें हुण तुसीं देखो कदे भी लड़ाई हो जाती है, तुसीं यही कहने हो कि सी यू इन द कोर्ट, लेट्स से, है ना, वो सी यू इन द कोर्ट सेंटेंस जेड़ा है ना, वो फेथ शो कर रहा है एक्चुअली योर फेथ इन द जुडिशियल सिस्टम, कि मैनू अगर जस्टिस मिलेगी वो जुडिशरी दिलाएगी।
CU in the code is actually people's faith in the judiciary. ਸੋ ਇੰਪਾਰਸ਼ੀਅਲ ਕੰਡਕਟ ਨਾਲ ਹੀ ਉਹ ਕਰ ਸਕਦੇ ਆ ਜੇ ਹੁਣ ਆਪਾਂ ਨੂੰ ਪਤਾ ਹੋਵੇ ਕਿ ਭਈ ਜੁਡੀਸ਼ਰੀ 'ਚ ਕਰਪਸ਼ਨ ਹੈ, ਇਹ ਲੋਕ ਹੈ ਵੀ ਇਹ ਕਮਿਊਨਿਟੀ ਬਾਰੇ ਇਹ ਸੋਚਦੇ ਆ ਤਾਂ ਆਪਾਂ ਨੂੰ ਪਤਾ ਹੈ ਕਿ ਉਹ ਆਪਾਂ ਨੂੰ ਇਨਸਾਫ ਨਹੀਂ ਦਿਲਾ ਸਕਦੇ। ਸੋ ਪੀਪਲ ਵਿਲ ਨਾਟ ਬਿਲੀਵ ਇਨ ਦੀ ਇੰਪਾਰਸ਼ੀਅਲ ਕਰੈਕਟਰ ਆਫ ਦੀ ਜੁਡੀਸ਼ਰੀ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਇੰਪਾਰਸ਼ੈਲਿਟੀ ਨੂੰ ਹੋਲਡ ਕਰਨਾ। ਹਮੇਸ਼ਾ ਇੱਕ ਜੱਜ ਨੇ ਯਾਦ ਰੱਖਣਾ ਹੈ ਕਿ ਹਰ ਵਕਤ ਉਹ ਲੋਕਾਂ ਦੀ ਨਜ਼ਰਾਂ ਵਿੱਚ ਹੈ, ਉਹ ਜੋ ਕਰੇਗਾ ਪੀਪਲ ਵਿਲ ਬੀ ਵਾਚਿੰਗ ਦੈਟ, ਤੇ ਉਹੀ ਪੀਪਲ ਦਾ ਫੇਥ ਮੇਨਟੇਨ ਕਰਨ ਲਈ ਰਾਈਟ ਕੰਡਕਟ ਬਹੁਤ ਇੰਪੋਰਟੈਂਟ ਹੋਏਗਾ। ਥਰਡ ਵੈਲਿਊ, ਪਬਲਿਕ ਕੌਨਫੀਡੈਂਸ ਨੂੰ ਅਪਹੋਲਡ ਕਰਨਾ ਹੈ। ਕਦੀ ਵੀ ਲੋਕਾਂ ਦਾ ਵਿਸ਼ਵਾਸ ਜੁਡੀਸ਼ਰੀ 'ਚ ਡਿੱਗਣਾ ਨਹੀਂ ਚਾਹੀਦਾ। ਦੈਨ ਇਲੈਕਸ਼ਨਸ ਵਗੈਰਾ ਇਹ ਕੰਟੈਸਟ ਨਹੀਂ ਕਰ ਸਕਦੇ। ਬਾਰ ਜਿਹੜਾ ਹੁੰਦਾ ਹੈ ਉਹਦੇ ਨਾਲ ਜ਼ਿਆਦਾ ਲਿੰਕਸ ਨਹੀਂ ਰੱਖਣੇ ਹੈ ਜੱਜਿਸ ਨੇ ਖੁਦ ਵੀ, ਤੇ ਜੱਜਿਸ ਦੀ ਫੈਮਿਲੀ ਨੇ ਵੀ ਬਾਰ ਨਾਲ ਜ਼ਿਆਦਾ ਕਨੈਕਸ਼ਨ ਨਹੀਂ ਰੱਖਣੇ ਹੈ, ਕਿਉਂਕਿ ਇਹਦੇ ਨਾਲ ਉਹਨਾਂ ਦਾ ਕੰਡਕਟ ਜਿਹੜਾ ਹੈ ਉਹ ਅਨਫੇਅਰ ਹੋ ਸਕਦਾ ਹੈ, ਰਾਈਟ। ਕਰਪਸ਼ਨ ਦੇ ਕੇਸਿਸ ਹੋ ਸਕਦੇ ਨੇ। ਐਂਡ ਸਟਾਕਸ ਵਗੈਰਾ 'ਚ ਜ਼ਿਆਦਾ ਸਪੈਕੂਲੇਸ਼ਨ ਵਗੈਰਾ ਨਹੀਂ ਕਰਨੀ ਹੈ, because that can impact their conduct, their role as a judicial member, and media interviews ਵਗੈਰਾ ਵੀ ਕੰਡਕਟ ਨਹੀਂ ਕਰਨੇ ਹੈ, ਠੀਕ ਹੈ। ਸੋ ਬੇਸਿਕ ਇਹੀ ਹੈ ਕਿ ਜੁਡੀਸ਼ਰੀ ਨੂੰ ਸੋਸ਼ਲੀ ਜਿਹੜਾ ਹੈ ਕੇਅਰਫੁਲ ਲੈਣਾ ਜ਼ਿਆਦਾ ਜ਼ਰੂਰੀ ਹੈ। ਸੋਸ਼ਲ ਕੰਟੈਕਟ, ਸੋਸ਼ਲ ਨੈਟਵਰਕਸ ਜ਼ਿਆਦਾ ਜੁਡੀਸ਼ਰੀ ਵਾਲੇ ਲੋਕ ਨਹੀਂ ਰੱਖ ਸਕਦੇ, ਬਿਕੋਜ਼ ਦੈਟ ਵਿਲ ਕੰਪਰੋਮਾਈਜ਼ देयर ਇੰਪਾਰਸ਼ੀਐਲਿਟੀ, ਠੀਕ ਹੈ। ਜੇ ਤੁਸੀਂ ਇੰਨੇ ਜ਼ਿਆਦਾ ਦੋਸਤ ਬਣਾਈ ਜਾਓ, ਯਾਰਾਂ ਮਿੱਤਰਾਂ ਨੂੰ ਮਿਲੀ ਜਾਓ, ਫੇਸਬੁੱਕ ਤੇ ਸਟੇਟਸ ਅਪਡੇਟ ਕਰੀ ਜਾਓ, ਇਟ ਇਜ਼ ਲਾਈਕਲੀ ਕਿ ਤੁਸੀਂ ਜਿਹੜਾ ਹੈ ਅੰਡਰ ਪ੍ਰੈਸ਼ਰ ਯੂ ਵਿਲ ਬੀ ਡੂਇੰਗ ਸਰਟੇਨ ਥਿੰਗਸ, ਠੀਕ ਹੈ। ਸੋ ਦੈਟ ਇਜ਼ ਵਾਟ ਇਜ਼ ਰਿਟਨ ਇਨ ਦਿਸ ਰੀਸਟੇਟਮੈਂਟ ਆਫ ਵੈਲਿਊਜ਼ ਆਫ ਜੁਡੀਸ਼ੀਅਲ ਲਾਈਫ, ਠੀਕ ਹੈ। ਇਹ ਕੁਝ ਪੁਆਇੰਟਸ ਯਾਦ ਰੱਖੋ, ਕੁਐਸਚਨ ਕੈਨ ਬੀ ਆਸਕਡ ਇਨ ਮੇਨਸ ਐਗਜ਼ਾਮੀਨੇਸ਼ਨ, ਰਾਈਟ। ਨਾਓ ਸੋਲਰ એનર્ਜੀ ਦਾ ਇੱਕ ਆਰਟੀਕਲ ਆਇਆ ਹੈ ਕਿ ਕਿਵੇਂ ਸੋਲਰ એનર્ਜੀ 'ਚ ਪ੍ਰੋਗਰੈਸ ਹੋ ਰਿਹਾ ਹੈ। ਸੋ ਵਰਲਡ ਸੋਲਰ ਰਿਪੋਰਟ, ਜਿਹੜੀ ਇੰਟਰਨੈਸ਼ਨਲ ਸੋਲਰ ਅਲਾਇੰਸ ਹੈ, ਇੰਡੀਆ ਦੀ ਲੀਡਰਸ਼ਿਪ ਦੇ ਅੰਡਰ ਬਣੀ ਹੋਈ ਹੈ ਇਹ ਵਰਲਡ ਲੈਵਲ ਤੇ, ਇਹਨੇ ਵਰਲਡ ਸੋਲਰ ਰਿਪੋਰਟ ਪਬਲਿਸ਼ ਕੀਤੀ ਹੈ। ਐਂਡ ਅਕੋਰਡਿੰਗ ਟੂ ਇਟ ਜਿਹੜੀਆਂ ISA ਕੰਟਰੀਜ਼ ਹੈ ਉਹਨਾਂ ਦੇ ਵਿੱਚ ਜਿਹੜੀ ਸੋਲਰ ਪਾਵਰ ਦੀ ਕਪੈਸਿਟੀ ਹੈ ਉਹ ਕਾਫੀ ਜ਼ਿਆਦਾ ਇਨਕਰੀਜ਼ ਹੋਈ ਹੈ ਓਵਰ ਦੀ ਈਅਰਸ। ਸਿਰਫ 1.2 ਗੀਗਾਵਾਟ ਤੋਂ ਨਾਓ ਪ੍ਰੈਜ਼ੈਂਟਲੀ 2023 ਦੇ ਵਿੱਚ 1400 ਗੀਗਾਵਾਟ ਦੇ ਅਰਾਊਂਡ ਸੋਲਰ એનર્ਜੀ ਜਿਹੜੀ ਹੈ ਉਹ ਪ੍ਰੋਡਿਊਸ ਕੀਤੀ ਜਾ ਰਹੀ ਹੈ। ਦਿਸ ਇਜ਼ ਆਲਮੋਸਟ 36% ਇਨਕਰੀਜ਼ ਇਨ 23 ਈਅਰਸ, ਰਾਈਟ। ਸੋ ਇਹ ਬਹੁਤ ਹੀ ਅੱਛਾ ਡਾਟਾ ਹੈ। ਇਟ ਸ਼ੋਜ਼ ਕਿ ਵਰਲਡ ਇਜ਼ ਮੂਵਿੰਗ ਇਨ ਦੀ ਰਾਈਟ ਡਾਇਰੈਕਸ਼ਨ ਵੈਨ ਵੀ ਟਾਕ ਅਬਾਊਟ ਸਸਟੇਨੇਬਲ ਡਿਵੈਲਪਮੈਂਟ, ਠੀਕ ਹੈ। ਸੋ ਇਹ ਡਾਟਾ ਤੁਸੀਂ ਯੂਜ਼ ਕਰ ਸਕਦੇ ਹੋ ਇੱਕ ਤਾਂ। ਦੂਸਰੀ ਗੱਲ ਹੈ ਕਿ ਆਰਟੀਕਲ ਡਿਸਕਸ ਕਰਦਾ ਹੈ ਕਿ ਬਹੁਤ ਸਾਰੀ ਨਵੀਂ ਸੋਲਰ ਟੈਕਨੋਲੋਜੀਜ਼ ਬਣ ਕੇ ਆ ਰਹੀਆਂ ਜਿਹੜੀਆਂ ਡਿਫਰੈਂਟ ਵੇਸ 'ਚ ਸਾਨੂੰ ਹੈਲਪ ਕਰ ਰਹੀਆਂ ਹੈ। ਯੂ ਕੈਨ ਰਿਮੈਂਬਰ ਫਿਊ ਨੇਮਸ ਟੂ ਰਾਈਟ ਐਗਜ਼ਾਮਪਲਸ ਇਨ ਯੂਰ ਆਨਸਰਸ। ਜਿਵੇਂ ਫਰਸਟ ਹੈਗੀ ਹੈ ਕੁਆਂਟਮ ਡਾਟ ਸੋਲਰ ਸੈਲਸ, ਠੀਕ ਹੈ। ਕੁਆਂਟਮ ਡਾਟ ਸਮਝਦੇ ਹੋ, ਛੋਟੇ ਛੋਟੇ ਸਾਈਜ਼ ਦੇ ਸੋਲਰ ਸੈਲਸ ਬਣਨਗੇ। ਸੋ ਇਹ ਛੋਟੇ ਹੋਣ ਦੇ ਕਰਕੇ ਕਿਆ ਹੁੰਦਾ, ਇਹਨਾਂ ਦੀ ਐਫੀਸ਼ੀਐਂਸੀ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ। ਆਲਮੋਸਟ 18% ਐਫੀਸ਼ੀਐਂਸੀ ਇਹਨਾਂ ਦੀ ਇਨਕਰੀਜ਼ ਹੋ ਰਹੀ ਹੈ, ਰਾਈਟ। ਸੋ these are being used to produce, to store, to capture solar energy, firstly. Second ਹੈ ਸੈਲਫ ਹੀਲਿੰਗ ਸੋਲਰ ਪੈਨਲਸ। ਦੇਖੋ ਸੋਲਰ ਪੈਨਲਸ ਦਾ ਸਭ ਤੋਂ ਬੜਾ ਚੈਲੰਜ ਕਿਆ ਹੈ ਕਿ ਇਹਨਾਂ ਦੀ ਕਲੀਨਿੰਗ, ਇਹਨਾਂ ਦੀ ਮੇਨਟੇਨੈਂਸ ਕਾਸਟ ਤੇ ਬਹੁਤ ਹਾਈ ਹੈ, ਤੇ ਤੁਹਾਨੂੰ ਨੌਲੇਜ ਵਾਲੇ ਟੈਕਨੀਸ਼ੀਅਨ ਚਾਹੀਦੇ ਆ ਇਹਨਾਂ ਨੂੰ ਮੈਨੇਜ ਕਰਨ ਲਈ, ਰਾਈਟ। ਸੋ ਨਾਓ ਇਹਨਾਂ ਲਈ ਸੈਲਫ ਹੀਲਿੰਗ ਸੋਲਰ ਪੈਨਲਸ ਬਣਾਏ ਜਾ ਰਹੇ ਨੇ ਸੋ ਦੈਟ ਦੇ ਕੈਨ ਟੇਕ ਕੇਅਰ ਆਫ ਦੈਮਸੈਲਵਸ, ਮੇਨਟੇਨੈਂਸ ਇਹ ਖੁਦ ਕਰ ਸਕਣ, ਠੀਕ ਹੈ। ਸੋ ਇੱਕ ਜਿਹੜਾ ਚੈਲੰਜ ਹੈ ਸੋਲਰ એનર્ਜੀ 'ਚ ਦੈਟ ਇਜ਼ ਮੇਨਟੇਨੈਂਸ ਕਾਸਟ, ਦੈਟ ਵਿਲ ਬੀ ਲੋਅਰਡ ਬਾਏ ਸੈਲਫ ਹੀਲਿੰਗ ਸੋਲਰ ਪੈਨਲਸ। ਬਹੁਤ ਅੱਛੀ ਟੈਕਨੋਲੋਜੀ ਹੈ, ਤੁਸੀਂ ਇਹ ਯਾਦ ਰੱਖੋ, ਠੀਕ ਹੈ ਜੀ। ਇਸ ਤੋਂ ਬਾਅਦ ਸੋਲਰ ਪਾਵਰਡ ਫੋਟੋ ਮਾਈਨਿੰਗ, ਯਾਨੀ ਕਿ ਇਹ ਕਿਆ ਹੈ, ਸੋਲਰ એનર્ਜੀ ਟੂ ਪਾਵਰ ਦੀ ਐਕਸਟ੍ਰੈਕਸ਼ਨ ਆਫ ਵੈਲਿਊਏਬਲ ਮੈਟਲਸ ਫਰੋਮ ਸੋਇਲ। ਸੋ ਮਤਲਬ ਅੱਜ ਕੱਲ੍ਹ ਮਾਈਨਿੰਗ ਤੁਸੀਂ ਦੇਖਦੇ ਹੋ ਨਾ, ਮਾਈਨਿੰਗ ਹੁੰਦੀ ਹੈ, ਸੋ ਉਹਦੇ ਵਿੱਚ એનર્ਜੀ ਰਿਸੋਰਸਿਸ ਕੈਨ ਬੀ ਯੂਜ਼ਡ। ਉਹਦੇ ਲਈ ਇੰਸਟੈਡ ਆਫ ਯੂਜ਼ਿੰਗ ਫੋਸਿਲ ਫਿਊਲਸ, ਮਾਈਨਿੰਗ ਲਈ ਸੋਲਰ એનર્ਜੀ ਯੂਜ਼ ਕਰੋ, ਰਾਈਟ। ਸੋ ਦਿਸ ਇਜ਼ ਆਲਸੋ ਕ੍ਰੂਸ਼ੀਅਲ। ਨੈਕਸਟ ਵੈਰੀ ਇੰਪੋਰਟੈਂਟ ਹੈਗਾ ਹੈ ਸੋਲਰ ਪਾਵਰਡ ਇਰੀਗੇਸ਼ਨ ਸਿਸਟਮ। ਐਗਰੀਕਲਚਰ 'ਚ ਤਾਂ ਸੋਲਰ ਪਾਵਰ ਜਿਹੜੀ ਹੈ ਕਾਫੀ ਪ੍ਰਮੋਟ ਕੀਤੀ ਜਾ ਰਹੀ ਹੈ। ਤੁਹਾਨੂੰ ਪਤਾ ਹੈ ਬਹੁਤ ਸਾਰੇ ਪ੍ਰੋਗਰਾਮਸ ਗਵਰਨਮੈਂਟ ਦੇ ਚੱਲ ਰਹੇ ਆ ਟੂ ਪੁਸ਼। ਸਭ ਤੋਂ ਮੇਜਰ ਸਕੀਮ ਹੈ ਕੁਸੁਮ ਸਕੀਮ, ਇਹਦੇ ਬਾਰੇ ਡਿਟੇਲ 'ਚ ਪੜ੍ਹਨਾ ਹੈ ਤੁਸੀਂ, ਠੀਕ ਹੈ। ਸੋ ਇਹ ਆਰਟੀਕਲ ਕਿਆ ਕਹਿ ਰਿਹਾ ਹੈ ਕਿ ਬਈ ਐਗਰੀਕਲਚਰ 'ਚ ਸੋਲਰ ਪੰਪਸ ਯੂਜ਼ ਹੋ ਰਹੇ ਹੈ, ਤੁਸੀਂ ਕਹੋ, ਜਾਂ ਲਾਈਵ ਸਟੋਕ ਨੂੰ ਮੈਨੇਜ ਕਰਨ ਲਈ ਸੋਲਰ એનર્ਜੀ ਡਿਫਰੈਂਟ ਵੇਸ 'ਚ ਯੂਜ਼ ਹੋ ਰਹੀ ਹੈ, ਰਾਈਟ। ਲਾਈਟਾਂ ਜਲਾਉਣ ਲਈ ਛੋਟੇ ਛੋਟੇ ਸੋਲਰ ਪੈਨਲਸ ਯੂਜ਼ ਹੋ ਰਹੇ ਨੇ ਇਨ ਦੀ ਖੇਤਸ,
ठीक है। सो फॉर ऑल दैट दिस सोलर एनर्जी इज ਕੰਟਰੀਬਿਊਟਿੰਗ ਅ ਲੋਟ ਐਂਡ ਇਹਦੇ ਕਰਕੇ ਇਨਵਾਇਰਨਮੈਂਟ ਨੂੰ ਬੈਨੀਫਿਟ ਹੋ ਰਿਹਾ ਹੈ, ਕਿਸਾਨ ਨੂੰ ਬੈਨੀਫਿਟ ਹੋ ਰਿਹਾ ਹੈ। ਬਹੁਤ ਜਗ੍ਹਾ ਤੇ ਤਾਂ ਕਿਸਾਨ ਨੇ ਲੈਂਡ ਆਪਦੀ ਸੋਲਰ ਪੈਨਲਸ ਲਗਾਉਣ ਲਈ ਦਿੱਤੀ ਗਈ ਹੈ ਫॉर ਵਿਚ ਹੀ ਇਜ਼ ਪੇਡ ਰੈਂਟ, ਠੀਕ ਹੈ। ਤਾਂ ਐਡੀਸ਼ਨਲ ਇਨਕਮ ਤੁਸੀਂ ਕਹਿ ਸਕਦੇ ਹੋ ਕਿਸਾਨ ਨੂੰ ਉਹ ਵੀ ਮਿਲ ਰਹੀ ਹੈ, ਰਾਈਟ। ਸੋ ਇਸੇ ਲਈ ਦਿਸ ਇਜ਼ ਵੈਰੀ ਵੈਰੀ ਕਰੂਸ਼ੀਅਲ। ਇਸੇ ਲਈ ਤੁਸੀਂ ਦੇਖੋ ਇਹ ਕਹਿ ਰਹੇ ਨੇ ਕਿ ਸੋਲਰ ਪਾਵਰ ਜਿਹੜੀ ਹੈ ਕਾਫੀ ਜ਼ਿਆਦਾ ਪੁਸ਼ ਹੋ ਰਹੀ ਹੈ ਐਗਰੀਕਲਚਰ ਦੇ ਸੈਕਟਰ 'ਚ ਐਂਡ ਇਟ ਇਜ਼ ਬੈਨੀਫਿਟਿੰਗ ਅਸ ਇਨ ਲੋਟ ਮੈਨੀ ਵੇਜ਼, ਠੀਕ ਹੈ। ਸੋ ਇਹ ਯਾਦ ਰੱਖਣਾ ਹੈ ਕਿ ਸੋਲਰ એનર્ਜੀ ਦਾ ਕਿੰਨਾ ਇੰਪੋਰਟੈਂਟ ਰੋਲ ਹੈ ਐਗਰੀਕਲਚਰ ਤੇ। ਤੁਹਾਨੂੰ ਸਿਰਫ ਸੋਲਰ એનર્ਜੀ ਤੇ ਐਗਰੀਕਲਚਰ ਤੇ ਵੀ ਕੁਐਸਚਨ ਆ ਸਕਦਾ ਹੈ। ਤੇ ਐਗਰੀਕਲਚਰ 'ਚ ਇੰਨਾ ਗਰੋ ਕਿਉਂ ਹੋ ਰਿਹਾ ਹੈ ਇਹਦੇ ਵੀ ਰੀਜ਼ਨਸ ਆਰਟੀਕਲ ਨੇ ਦਿੱਤੇ ਆ। ਦੇਖੋ ਇਹ ਕਹਿ ਰਿਹਾ ਕਿ ਕੋਸਟ ਜਿਹੜੀਆਂ ਇਹ ਸੋਲਰ ਟੈਕਨੋਲੋਜੀ ਦੀਆਂ ਉਹ ਦਿਨ ਬਾਏ ਦਿਨ ਡਿਕਰੀਜ਼ ਹੋ ਰਹੀਆਂ ਹੈ। ਕੋਸਟ ਕੰਪੀਟੀਟਿਵਨੈਸ ਵੱਧ ਰਹੀ ਹੈ ਸੋਲਰ ਪਾਵਰਡ ਪੰਪਸ ਦੀ, ਯਾਨੀ ਕਿ ਡੀਜ਼ਲ ਪੰਪਸ ਨਾਲੋਂ ਜ਼ਿਆਦਾ ਐਫੀਸ਼ੀਐਂਟ ਇਹ ਆਪਾਂ ਨੂੰ ਵਾਟਰ ਪੰਪਿੰਗ ਦਿੰਦੇ ਨੇ। ਤੇ ਕਿਸਾਨਾਂ 'ਚ ਅਵੇਅਰਨੈਸ ਵੀ ਵੱਧ ਰਹੀ ਹੈ। ਪਲੱਸ ਤੁਸੀਂ ਦੇਖੋ ਸਰਕਾਰ ਦੀਆਂ ਸਬਸਿਡੀਜ਼ ਵਗੈਰਾ ਵੀ ਹੈ, ਅਵੇਅਰਨੈਸ ਪ੍ਰੋਗਰਾਮਸ ਵੀ ਹੈ ਜਿਹੜੇ ਸੋਲਰ ਨੂੰ ਪੁਸ਼ ਕਰ ਰਹੇ ਐਗਰੀਕਲਚਰ ਸੈਕਟਰ 'ਚ, ਠੀਕ ਹੈ। ਸੋ ਫॉर all of these reasons solar energy is quite crucial and that is what is being used, ਰਾਈਟ। ਨਾਓ ਇਹਦੇ ਕਾਫੀ ਸਾਰੇ ਪੋਜ਼ੀਟਿਵ ਇੰਪੈਕਟਸ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਇਨਵਾਇਰਮੈਂਟਲ ਸਸਟੇਨੇਬਿਲਿਟੀ 'ਚ ਹੈਲਪ ਕਰੇਗਾ ਤੇ ਇਹ ਜੌਬਸ ਵੀ ਕ੍ਰੀਏਟ ਕਰਦਾ ਹੈ ਐਕਚੁਅਲੀ। ਜਿਵੇਂ ਮੈਂ ਤੁਹਾਨੂੰ ਕਿਹਾ ਸੋਲਰ ਪੈਨਲਸ ਇੰਸਟਾਲ ਕਰਨਾ, ਉਹਨਾਂ ਦੀ ਮੇਨਟੇਨੈਂਸ ਲਈ ਨੌਲੇਜ ਵਾਲੇ ਲੋਕ ਚਾਹੀਦੇ ਹੈ, ਠੀਕ ਹੈ। ਤਾਂ ਕਾਫੀ ਸਾਰੇ ਸੋਲਰ ਮਾਮਾਸ ਜਿਵੇਂ ਕਹਿੰਦੇ ਨੇ, ਸੋਲਰ ਟ੍ਰੇਨਡ ਵੂਮਨ ਟੈਕਨੀਸ਼ੀਅਨਸ ਜਿਹੜੇ ਹੈ ਉਹ ਵੀ ਕ੍ਰੀਏਟ ਹੋ ਰਹੀ ਹੈ, ਵੂਮਨ ਇੰਪਲੋਇਮੈਂਟ ਵੀ ਐਕਚੁਅਲੀ ਇਸ 'ਚ ਕ੍ਰੀਏਟ ਹੁੰਦੀ ਹੈ, ਰਾਈਟ। ਸੋ ਇਹ ਯਾਦ ਰੱਖਣਾ ਹੈ। ਬਸ ਓਨਲੀ ਇਸ਼ੂ ਇਹ ਹੈ ਕਿ ਸੋਲਰ એનર્ਜੀ ਦਾ ਮੇਜਰ ਡਿਪੈਂਡੈਂਸ ਔਨ ਚਾਈਨਾ, ਸਪੈਸ਼ਲੀ ਫॉर ਇੰਡੀਆ। ਮੈਜੋਰਿਟੀ ਆਫ ਇੰਡੀਆਜ਼ ਇਨਪੁਟਸ ਜਾਂ ਪੀਵੀ ਸੈਲ ਵਗੈਰਾ ਤੁਸੀਂ ਜੋ ਕਹਿੰਦੇ ਹੋ ਦੇ ਆਰ ਕਮਿੰਗ ਫਰੋਮ ਚਾਈਨਾ ਇਟਸੈਲਫ, ਰਾਈਟ। ਤੁਸੀਂ ਇੱਥੇ ਵੀ ਦੇਖ ਸਕਦੇ ਹੋ ਗਲੋਬਲੀ ਵੀ ਇਫ ਯੂ ਸੀ, ਰਾਈਟ, ਜਸਟ ਗਿਵ ਮੀ ਅ ਮਿੰਟ। Globally, if we see, China dominates the solar PV sector. 43% PV ਸੈਕਟਰ ਜਿਹੜਾ ਹੈ ਫੋਟੋਵੋਲਟੇਕ ਇਹਦਾ ਮਿਲਸ ਉਹ ਸੋਲਰ ਪੈਨਲਸ ਜਿਹੜੇ ਹੈ ਚਾਈਨਾ ਤੋਂ ਬਣ ਰਹੇ ਨੇ, ਰਾਈਟ। ਇੰਡੀਆ ਦੀ ਗੱਲ ਕਰੋ ਤਾਂ ਆਲਮੋਸਟ 90% ਚਾਈਨਾ ਤੋਂ ਹੀ ਆ ਰਿਹਾ ਹੈ, ਰਾਈਟ। ਜਾਪਾਨ, ਜਰਮਨੀ, ਚਾਈਨਾ ਵਗੈਰਾ ਤਾਂ ਸਿਰਫ 5 ਤੋਂ 6% ਪ੍ਰੋਡਿਊਸ ਕਰ ਰਹੇ ਨੇ, ਰਾਈਟ। ਚਾਈਨਾ ਹੈਜ਼ ਦੀ ਹਾਈਐਸਟ ਸ਼ੇਅਰ ਇਨ ਕੰਪੋਨੈਂਟ ਮੈਨੂਫੈਕਚਰਿੰਗ, ठीक है। वेफर, सोलर वेफर्स बनाना, सोलर सेल्स बनाना, मॉड्यूल इंस्टॉलेशन सब च देखो इन्ना ज़्यादा प्रपोर्शन है सब चाइना कर रहा है। पूरा दुनिया इज़ डिपेंडेंट ऑन चाइना एंड विच इज़ अ वेरी ग्रेव कंसर्न, ठीक है। ਅਸੀਂ ਉਹਨਾਂ ਨੂੰ ਬਿਜ਼ਨਸ ਦੇ ਰਹੇ ਹਾਂ ਤੇ ਉਹ ਉਹੀ ਪੈਸਾ ਸਾਡੇ ਬਰਬਾਦੀ ਲਈ ਯੂਜ਼ ਕਰਦੇ ਨੇ, दैट इज़ इट। सोलर ਦਾ ਇਸ਼ੂ ਹੀ ਇਹ ਹੈ, ਰਾਈਟ। ਸੋ ਇਹ ਪੁਆਇੰਟਸ ਯਾਦ ਰੱਖੋ। ਨਾਓ ਸਾਈਮਲਟੇਨੀਅਸ ਇਲੈਕਸ਼ਨਸ, ਬਹੁਤ ਦੇਰ ਤੋਂ ਸਾਈਮਲਟੇਨੀਅਸ ਪੋਲਸ ਜਿਹੜੇ ਆ ਨਿਊਜ਼ 'ਚ ਹੈ, ਆਪਾਂ ਬਹੁਤ ਵਾਰ ਡਿਸਕਸ ਵੀ ਕਰ ਚੁੱਕੇ ਹੈ। ਸੋ ਆਈ ਐਮ ਨਾਟ ਡਿਸਕਸਿੰਗ ਦਿਸ ਇਨ ਮਚ ਡਿਟੇਲ ਹੇਅਰ, ਬਟ ਇਹ ਨਿਊਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਹੁਣ ਇਹਦੇ ਲਈ ਬਿੱਲ ਵੀ ਪਾਸ ਹੋ ਰਿਹਾ ਹੈ ਲੋਕ ਸਭਾ ਰਾਜ ਸਭਾ ਵਿੱਚ। ਇਟ ਇਜ਼ ਲਾਈਕਲੀ ਕਿ ਇੰਡੀਆ ਸਾਈਮਲਟੇਨੀਅਸ ਪੋਲਸ ਜਲਦ ਹੀ ਇੰਡੀਆ ਦੇ ਵਿੱਚ ਦੇਖੇਗਾ, ਠੀਕ ਹੈ। ਇਹ ਬਿੱਲ ਨੂੰ ਪਾਸ ਕਰਨ ਲਈ ਸਟੇਟਸ ਦੀ ਵੀ ਕੋਈ ਸਹਿਮਤੀ ਨਹੀਂ ਚਾਹੀਦੀ ਹੈ। ਸੋ ਪਲੀਜ਼ ਲਰਨ ਅਬਾਊਟ ਫਰਸਟਲੀ ਸਾਈਮਲਟੇਨੀਅਸ ਇਲੈਕਸ਼ਨਸ। ਆਲਰੇਡੀ UPSC 2 ਵਾਰ ਇਹ ਤੇ ਕੁਐਸਚਨ ਰਿਪੀਟਡਲੀ ਪੁੱਛ ਚੁੱਕਿਆ ਹੈ ਐਂਡ ਇਟ ਇਜ਼ ਹਾਈਲੀ ਲਾਈਕਲੀ PCS UPSC 'ਚ ਦੁਬਾਰਾ ਇਹ ਕੁਐਸਚਨ ਪੁੱਛਿਆ ਜਾਵੇ। ਤਾਂ ਪਹਿਲਾਂ ਤਾਂ ਉਹਦੀ ਡਿਟੇਲ ਪੜ੍ਹੋ। ਦੂਸਰਾ ਇੱਥੇ ਕਹਿ ਰਿਹਾ ਕਿ ਬਈ ਇਸ ਲਈ ਸਟੇਟ ਦੀ ਰੈਟੀਫਿਕੇਸ਼ਨ ਨਹੀਂ ਚਾਹੀਦੀ ਹੋਏਗੀ। ਸੋ ਯੂ ਨੀਡ ਟੂ ਲਰਨ ਕਿ ਵੀ ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨ ਲਈ ਸਿੰਪਲ ਮੈਜੋਰਿਟੀ ਕਿੱਥੇ ਚਾਹੀਦੀ ਹੁੰਦੀ ਹੈ, ਸਪੈਸ਼ਲ ਮੈਜੋਰਿਟੀ ਕਿੱਥੇ ਚਾਹੀਦੀ ਹੁੰਦੀ ਹੈ, ਤੇ ਉਹ ਸਪੈਸ਼ਲ ਮੈਜੋਰਿਟੀ ਜਿਹਦੇ ਵਿੱਚ ਸਟੇਟਸ ਦੀ ਰੈਟੀਫਿਕੇਸ਼ਨ ਵੀ ਚਾਹੀਦੀ ਹੈ ਉਹ ਕਿਹੜੇ ਕੇਸਿਸ 'ਚ ਚਾਹੀਦੀ ਹੈ, ਰਾਈਟ। ਇਹ ਇੱਕ ਅਮੈਂਡਮੈਂਟ ਦਾ ਚੈਪਟਰ ਹੈ ਪੋਲਿਟੀ ਦੇ ਵਿੱਚ, ਇਹਨੂੰ ਅੱਛੇ ਤਰੀਕੇ ਨਾਲ ਯਾਦ ਕਰਕੇ ਰੱਖੋ। ਇਹ ਪ੍ਰੀਲਿਮਸ 'ਚ ਕਾਫੀ ਕੁਐਸਚਨ ਹਾਈਲੀ ਲਾਈਕਲੀ ਹੈ, ਰਾਈਟ। ਸੋ ਲਰਨ ਦਿਸ। ਨੈਕਸਟ ਹੈ 에ਅਰ ਪੋਲਿਊਸ਼ਨ ਮੈਨੇਜਮੈਂਟ, ਬੀਜਿੰਗ ਕੇਸ ਸਟੱਡੀ, ਰਾਈਟ। ਸੋ ਬੀਜਿੰਗ ਯਾਨੀ ਕਿ ਚਾਈਨਾ ਦੇ ਵੱਡੇ ਸ਼ਹਿਰ ਦੀ ਇੱਕ ਕੇਸ ਸਟੱਡੀ ਨਿਊਜ਼ 'ਚ ਆਈ ਹੈ। ਬੀਜਿੰਗ ਇਜ਼ ਆਲਸੋ ਅ ਵੈਰੀ ਬਿਗ ਸਿਟੀ ਐਂਡ ਇਟ ਇਜ਼ ਆਲਸੋ ਹਾਈਲੀ ਪੋਲਿਊਟਿਡ, ਰਾਈਟ। ਉੱਥੇ ਵੀ ਡਿਵੈਲਪਮੈਂਟ ਅਰਬਨਾਈਜੇਸ਼ਨ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਪੋਲਿਊਸ਼ਨ ਬਹੁਤ ਜ਼ਿਆਦਾ ਹੈ। ਇਸੇ ਲਈ ਬੀਜਿੰਗ ਨੇ 20 ਈਅਰ ਐਂਟੀ 에ਅਰ ਪੋਲਿਊਸ਼ਨ ਪ੍ਰੋਗਰਾਮ ਸਟਾਰਟ ਕੀਤਾ ਸੀ, ਰਾਈਟ। 3 ਫੇਜ਼ਸ 'ਚ ਜੋ ਕਿ ਡਿਵਾਈਡਡ ਸੀ, 10-10 ਸਾਲ ਦੇ ਫੇਜ਼ਸ ਜਾਂ 10-10 5-5 ਸਾਲ ਦੇ ਫੇਜ਼ਸ 'ਚ ਡਿਵਾਈਡਡ ਸੀ ਵਿਚ ਇਜ਼ ਫੋਕਸਿੰਗ ਔਨ ਕੰਬੈਟਿੰਗ ਦੀ 에ਅਰ ਪੋਲਿਊਸ਼ਨ ਇਨ ਬੀਜਿੰਗ, ਠੀਕ ਹੈ। ਸੋ ਇਹਨਾਂ ਨੇ ਆਇਡੈਂਟੀਫਾਈ ਕੀਤਾ ਕਿ ਬੀਜਿੰਗ 'ਚ 에ਅਰ ਪੋਲਿਊਸ਼ਨ ਦੇ 3 ਮੇਜਰ ਕਾਜ਼ ਹੈ। ਪਹਿਲੀ ਗੱਲ ਤਾਂ
ठीक है, ਤਾਂ ਹੀ ਪਤਾ ਚੱਲੇਗਾ ਕਿ फाइट की करना है, स्टेप्स की लेना। पहले तो अपने कोजेस देखने पैणगे। सब तो पहला है कि एनर्जी स्ट्रक्चर्स, यानी कि जिथे जिथे एनर्जी यूज हो रही है दैट इज वेरी मच फॉसिल फ्यूल पावर्ड। ठीक है, ਲੈਟਸ ਸੇ ਕਿ ਬਈ ਆਪਾਂ ਨੂੰ ਇੰਡਸਟਰੀਜ਼ ਚਲਾਉਣ ਲਈ, ਘਰਾਂ ਦੇ ਹੀਟਿੰਗ ਸਿਸਟਮ ਲਈ, ਵੇਅਰ ਐਵਰ એનર્ਜੀ ਇਜ਼ ਬੀਇੰਗ ਯੂਜ਼ਡ ਇਟ ਇਜ਼ ਵੈਰੀ ਫੋਸਲ ਫਿਊਲ, ਯਾਨੀ ਕਿ ਕੋਲ ਵਗੈਰਾ ਕਾਫੀ ਯੂਜ਼ ਹੋ ਰਿਹਾ ਹੈ। ਤਾਂ ਪਹਿਲਾ ਪ੍ਰੋਬਲਮ ਇਹ ਆਇਡੈਂਟੀਫਾਈ ਕੀਤਾ ਗਿਆ। ਸੈਕਿੰਡ ਹੈ ਟਰਾਂਸਪੋਰਟੇਸ਼ਨ ਸੈਕਟਰ। ਵਹੀਕਲਸ ਬਹੁਤ ਜ਼ਿਆਦਾ ਵੱਡੇ ਪੋਲਿਊਸ਼ਨ ਦਾ ਕਾਰਨ ਹੁੰਦੇ ਆ। ਕਿਸੇ ਵੀ ਸਿਟੀ 'ਚ ਤੁਸੀਂ ਚੱਲ ਜਾਓ, ਵਹੀਕਲਰ ਪੋਲਿਊਸ਼ਨ ਇਜ਼ ਅ ਮੇਜਰ ਕਾਜ਼। ਥਰਡ, ਇੰਡਸਟਰੀਅਲ ਕੰਸਟਰਕਸ਼ਨ pollution is very very high, especially in such big cities, right? ਜਿਵੇਂ ਹੁਣ ਆਪਾਂ ਦਿੱਲੀ, ਚੰਡੀਗੜ੍ਹ, ਹੈਦਰਾਬਾਦ ਵਗੈਰਾ 'ਚ ਦੇਖਦੇ ਹੈ, ਰਾਈਟ? ਸੋ ਇਹਨਾਂ ਨੇ ਇਹਨਾਂ 3 ਏਰੀਆਜ਼ ਨੂੰ ਸਭ ਤੋਂ ਪਹਿਲਾਂ ਟਾਰਗੇਟ ਕੀਤਾ। ਪਹਿਲਾਂ ਤਾਂ ਜਿੱਥੇ ਜਿੱਥੇ એનર્ਜੀ ਯੂਜ਼ ਹੁੰਦੀ ਆ ਉੱਥੇ ਆਲਟਰਨੇਟਿਵਸ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ। ਇਨਸਟੈਡ ਆਫ ਯੂਜ਼ਿੰਗ ਫੋਸਿਲ ਫਿਊਲ એનર્ਜੀ, ਆਲਟਰਨੇਟਿਵਸ ਯੂਜ਼ ਹੋਣ, ਰਾਈਟ? ਤੇ ਜਿਵੇਂ ਕਿ ਹੀਟਿੰਗ, ਘਰ ਦੀ ਹੀਟਿੰਗ ਲਈ ਜਾਂ ਜਿੱਥੇ ਵੀ એનર્ਜੀ ਯੂਜ਼ ਹੋ ਰਹੀ ਹੈ ਉੱਥੇ ਆਲਟਰਨੇਟਿਵਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ, ਫਰਸਟਲੀ। ਸੈਕਿੰਡ, ਟਰਾਂਸਪੋਰਟੇਸ਼ਨ ਸੈਕਟਰ ਨੂੰ ਸਹੀ ਕਰਨ ਲਈ ਕਿਆ ਕੀਤਾ? ਪੁਰਾਣੇ ਵਹੀਕਲਸ ਨੂੰ ਸਕ੍ਰੈਪ ਕੀਤਾ। ਤੁਸੀਂ ਦੇਖਿਆ ਹੋਣਾ ਆਪਣੀ ਗਲੀਆਂ 'ਚ ਵੀ ਪੁਰਾਣੇ ਵਹੀਕਲਸ ਚੱਲ ਰਹੇ ਹੁੰਦੇ ਆ ਜਿਹੜਾ ਕਾਲਾ ਕਾਲਾ ਧੂਆਂ ਛੱਡ ਰਹੇ ਹੁੰਦੇ ਆ। ਸਭ ਤੋਂ ਵੱਡਾ ਪੋਲਿਊਸ਼ਨ ਦਾ ਕਾਰਨ ਉਹ ਨੇ। ਸੋ ਸਕ੍ਰੈਪਿੰਗ ਬਹੁਤ ਇੰਪੋਰਟੈਂਟ ਹੈ, ਉਹ ਤੇ ਇਹਨਾਂ ਨੇ ਫੋਕਸ ਕੀਤਾ। ਪਬਲਿਕ ਇਨਫਰਾਸਟ੍ਰਕਚਰ, ਸਬਵੇਜ਼, ਮੈਟਰੋਜ਼, ਲਾਸਟ ਮਾਈਲ ਕਨੈਕਟੀਵਿਟੀ ਕ੍ਰੀਏਟ ਕੀਤੀ ਤਾਂ ਕਿ ਲੋਕ ਆਪਦੇ ਵਹੀਕਲ ਨਾ ਯੂਜ਼ ਕਰਨ, ਰਾਦਰ ਪਬਲਿਕ ਟਰਾਂਸਪੋਰਟੇਸ਼ਨ ਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਨ। ਐਮਿਸ਼ਨ ਸਟੈਂਡਰਡਸ ਨੂੰ ਟਾਈਟ ਕੀਤਾ, ਜਿਵੇਂ ਆਪਣੇ ਇੱਥੇ ਭਾਰਤ ਸਟੈਂਡਰਡਸ ਹੈ, ਜਿਵੇਂ ਹੁਣ ਦਿੱਲੀ 'ਚ ਡੀਜ਼ਲ ਦੀਆਂ ਕਾਰਸ ਚੱਲਦੀਆਂ ਹੀ ਨਹੀਂ, ਭਾਰਤ 3 ਨੋਰਮਸ ਤੋਂ ਨੀਚੇ ਕਾਰਸ ਚੱਲਦੀਆਂ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ। ਆਲ ਆਫ ਥੀਸ ਸਟੈਂਡਰਡਸ ਹੈਵ ਬੀਨ ਸਟ੍ਰਿਕਟਲੀ ਇਨਫੋਰਸਡ ਬਾਏ ਬੀਜਿੰਗ, ਠੀਕ ਹੈ? ਐਂਡ ਡੀਜ਼ਲ ਪਾਰਟੀਕੂਲੇਟ ਫਿਲਟਰਸ ਵਗੈਰਾ ਇੰਸਟਾਲ ਕੀਤੇ ਗਏ ਵਹੀਕਲਸ 'ਚ ਤਾਂ ਕਿ ਡੀਜ਼ਲ ਦੇ ਵਹੀਕਲਸ ਜਿਹੜੇ ਆ ਉਹ ਜ਼ਿਆਦਾ ਪੋਲਿਊਸ਼ਨ ਨਾ ਕ੍ਰੀਏਟ ਕਰਨ, ਰਾਈਟ? ਇਹ ਸੈਕਿੰਡ ਸਟੈਪ ਸੀ। ਥਰਡ ਸਟੈਪ ਹੈ ਕੰਸਟਰਕਸ਼ਨ ਤੇ ਇੰਡਸਟਰੀਅਲ ਸੈਕਟਰ ਨੂੰ ਗ੍ਰੀਨ ਮਟੀਰੀਅਲਸ ਯੂਜ਼ ਕਰਨ ਲਈ ਦਿੱਤਾ ਗਿਆ। ਐਂਡ ਆਫ ਪ੍ਰੋਡਕਟ ਟ੍ਰੀਟਮੈਂਟ, ਯਾਨੀ ਕਿ ਜਿਹੜਾ ਵੇਸਟ ਜਨਰੇਟ ਕਰਦਾ ਕੋਈ ਵੀ ਕੰਸਟਰਕਟਰ, ਉਹ ਉਹਨੂੰ ਟ੍ਰੀਟ ਵੀ ਕਰੇ ਜਾਂ ਉਹਨੂੰ ਮੈਨੇਜ ਕਰੇ ਪ੍ਰੋਪਰਲੀ। ਇਨਵਾਇਰਮੈਂਟਲ ਰਿਕੁਆਇਰਮੈਂਟਸ ਉਹਨਾਂ ਤੇ ਇੰਪੋਜ਼ ਕੀਤੀਆਂ ਗਈਆਂ। ਕੰਸਟਰਕਸ਼ਨ ਸਾਈਟਸ ਦੀ ਵੀਡੀਓ ਰਿਕਾਰਡਿੰਗ ਵਗੈਰਾ ਕੀਤੀ ਗਈ ਸੋ ਦੈਟ ਵੀ ਕੈਨ ਅੰਡਰਸਟੈਂਡ ਦੈਟ ਦੇਅਰ ਇੰਪੈਕਟ ਕਿੰਨਾ ਹੈ ਔਨ ਦੀ ਇਨਵਾਇਰਮੈਂਟ, ठीक है? सो ये स्टेप्स बीजिंग ने लिते गए एंड नाउ द आर्टिकल इज सेइंग दैट सिमिलर स्टेप्स कैन बी टेकन बाय दिल्ली ऑल्सो टू combat its air pollution। ਤੁਸੀਂ ਕਿਤੇ ਵੀ ਇਹ ਕੇਸ ਸਟੱਡੀ ਯੂਜ਼ ਕਰ ਸਕਦੇ ਹੋ। ਇਹਦੇ ਮੇਜਰ ਟੇਕਅਵੇਜ਼ ਕਿਆ ਹੈ? ਵਹੀਕੂਲਰ ਸਕ੍ਰੈਪਿੰਗ ਬਹੁਤ ਇੰਪੋਰਟੈਂਟ ਹੈ। ਪੁਰਾਣੇ ਵਹੀਕਲਸ ਨੂੰ 15-20 ਸਾਲੇ ਪੁਰਾਣੇ ਵਹੀਕਲਸ ਨੂੰ ਡੀਕੰਪੋਜ਼ ਕਰਨਾ ਤੁਸੀਂ ਕਹਿ ਸਕਦੇ ਹੋ ਜਾਂ ਡਿਸਕਾਰਡ ਕਰਨਾ, ਮੈਨੇਜ ਕਰਨਾ ਬਹੁਤ ਜ਼ਰੂਰੀ ਹੈ। ਦੇ ਆਰ ਦ ਮੇਜਰ ਕਾਜ਼ਜ਼। ਸੈਕਿੰਡ, ਪਬਲਿਕ ਟਰਾਂਸਪੋਰਟੇਸ਼ਨ ਸਿਸਟਮ ਕ੍ਰੀਏਟ ਕਰਨਾ, ਸਪੈਸ਼ਲੀ ਲਾਸਟ ਮਾਈਲ ਕਨੈਕਟੀਵਿਟੀ। ਜਿਵੇਂ ਦੇਖੋ ਕਿ ਦਿੱਲੀ 'ਚ ਵੀ ਬਹੁਤ ਸਾਰੀ ਮੈਟਰੋ ਵੈਟਰੋ ਹੈ, ਬਟ ਫਿਰ ਵੀ ਇੰਨੇ ਲੋਕ ਜਿਹੜੇ ਆ ਮੈਟਰੋ ਕਿਉਂ ਨਹੀਂ ਯੂਜ਼ ਕਰਦੇ ਹੈ? ਫਰਸਟ ਇਜ਼ ਓਵਰ ਕਰਾਊਡਿੰਗ, ਬਹੁਤ ਜ਼ਿਆਦਾ ਉਹਦੀ ਕਪੈਸਿਟੀ ਜਿਹੜੀ ਹੈਗੀ ਓਵਰਫਲੋ ਹੋ ਰਹੀ ਹੈ। ਸੈਕਿੰਡ ਇਜ਼ ਲਾਸਟ ਮਾਈਲ ਕਨੈਕਟੀਵਿਟੀ ਨਹੀਂ ਹੈ। ਤੁਹਾਨੂੰ ਘਰ 'ਚੋਂ ਨਿਕਲ ਕੇ ਪਤਾ ਨਹੀਂ ਕਿੰਨਾ ਜ਼ਿਆਦਾ ਵਾਕ ਕਰਨਾ ਪੈ ਸਕਦਾ ਹੈ ਜਾਂ ਟੂ ਰੀਚ ਦੀ ਮੈਟਰੋ ਸਟੇਸ਼ਨ ਐਕਚੁਅਲੀ, ਠੀਕ ਹੈ? ਸੋ ਮੈਟਰੋ ਸਟੇਸ਼ਨ ਤੱਕ ਪਹੁੰਚਣ ਤੇ ਘਰ ਦੇ ਵਿੱਚ ਡਿਸਟੈਂਸ ਨੂੰ ਵੀ ਅੱਛੇ ਤਰੀਕੇ ਨਾਲ ਮੈਨੇਜ ਕਰਨ ਲਈ ਬੱਸ ਸਰਵਿਸਿਜ਼ ਵਗੈਰਾ ਹੋਣੀ ਚਾਹੀਦੀ ਹੈ। ਜਿਵੇਂ ਤੁਸੀਂ ਏਅਰਪੋਰਟ ਤੇ ਜਾਓ, ਠੀਕ ਹੈ, ਤੁਹਾਡੇ ਟਰਮੀਨਲ ਤੋਂ ਜਾਂ ਤੁਹਾਡੇ ਗੇਟ ਤੋਂ ਪਲੇਨ ਜਿੱਥੇ ਤੱਕ ਖੜਾ ਹੁੰਦਾ ਉੱਥੇ ਤੱਕ ਲੈ ਕੇ ਜਾਣ ਲਈ ਬੱਸ ਸਰਵਿਸ ਹੁੰਦੀ ਹੈ। ਸੋ ਮੈਟਰੋਜ਼ ਨੇ ਵੀ ਕਿਆ ਕਰਨਾ ਹੈ ਕਿ ਵੀ ਇਹ ਜੀ ਡੈਡੀਕੇਟਿਡ ਬੱਸ ਸਰਵਿਸਿਜ਼ ਹੋਣ ਜਿਹੜੇ ਕਿ ਲੋਕਾਂ ਨੂੰ ਮੈਟਰੋ ਤੋਂ ਆਪਦੇ ਘਰਾਂ ਤੱਕ ਛੱਡ ਸਕਣ, right? So such kind of infrastructure is required to promote this, ठीक है? बहुत crucial है। देखो पब्लिक ट्रांसपोर्टेशन सिस्टम ਤਾਂ ਬਣਦਾ ਹੈ ਬਟ ਲੋਕ ਉਹਨੂੰ ਯੂਜ਼ ਨਹੀਂ ਕਰਦੇ ਬਿਕੋਜ਼ ਆਫ these two major reasons, right? ਐਂਡ ਫਾਈਨਲੀ ਕੰਸਟਰਕਸ਼ਨ ਸੈਕਟਰ ਨੂੰ ਵੀ ਮੈਨੇਜ ਕਰਨਾ ਜ਼ਰੂਰੀ ਹੈ। ਆਲਟਰਨੇਟਿਵਸ, ਗ੍ਰੀਨ એનર્ਜੀ, ਗ੍ਰੀਨ ਕੰਸਟਰਕਸ਼ਨ ਮਟੀਰੀਅਲ, ਟਾਈਟਰ ਸਟੈਂਡਰਡਸ, ਰੈਗੂਲੇਸ਼ਨਸ ਆਰ ਵੈਰੀ ਮਚ ਰਿਕੁਆਇਰਡ, ਠੀਕ ਹੈ? ਸੋ ਦਿਸ ਇਜ਼ ਜਸਟ ਅ ਕੇਸ ਸਟੱਡੀ ਯੂ ਕੈਨ ਯੂਜ਼ ਇਨ योर आंसर्स, राइट? नेक्स्ट आ गया ड्रोन्स। ड्रोन्स बहुत इंपॉर्टेंट रोल प्ले कर रहे हैं, ठीक है? दिस इज वेरी इंपॉर्टेंट आर्टिकल। टेक्नोलॉजी इन एग्रीकल्चर च क्वेश्चन पूछ सकते हैं। ऑलरेडी पीसीएस ने प्रिसीजन एग्रीकल्चर ते पूछा है। ड्रोन्स रोल इन एग्रीकल्चर कैन बी आस्क्ड। ये दोबारा न्यूज़ च आ रहा, पर ड्रोन्स एग्रीकल्चर इन फिशरी वी हैव ऑलरेडी डिस्कस्ड। साडी गवर्नमेंट खुद प्रमोट कर रही है। लास्ट मंथ की किसी डिस्कशन च मैंने किया सी। नाउ अगेन प्राइवेट सैक्टर का एक आर्टिकल आया है दैट ये कह रहा है कि बई इंडिया च
ਤੇ ਐਗਰੀਕਲਚਰ ਸੈਕਟਰ 'ਚ ਸਪੈਸ਼ਲੀ 7000 ਦੇ ਅਰਾਊਂਡ ਡਰੋਨਸ ਆਲਰੇਡੀ ਇੰਸਟਾਲ ਕੀਤੇ ਗਏ ਹੈ। ਡਰੋਨਸ ਕਿਆ ਕਰਨਗੇ ਤੁਸੀਂ ਕੁਝ ਸਮਝੋ, ਇਹ ਉੱਡਦਾ ਉੱਡਦਾ ਫਰਟੀਲਾਈਜ਼ਰ ਥਰੋ ਕਰ ਸਕਦਾ ਹੈ, ਪੈਸਟੀਸਾਈਡ ਥਰੋ ਕਰ ਸਕਦਾ ਹੈ, ਵਾਚ ਕਰ ਸਕਦਾ ਹੈ ਗਰੋਥ ਨੂੰ, right? There are many roles that the drones can play in agriculture for the farmer. ठीक है, सो इसीलिए किया जा रहा है। ड्रोन मार्केट इंडिया च काफ़ी ਜ਼ੂਮ ਅਪ ਕਰ ਰਹੀ ਹੈ ਪ੍ਰੈਜ਼ੈਂਟ ਟਾਈਮ ਤੇ। ਅਗਰ ਆਪਾਂ ਦੇਖੀਏ ਇਹ 145 ਮਿਲੀਅਨ ਡਾਲਰ ਦੇ ਅਰਾਊਂਡ ਹੈ, ਐਂਡ ਇਟ ਇਜ਼ ਐਕਸਪੈਕਟਡ ਟੂ ਗਰੋ ਆਲਮੋਸਟ 5 ਫੋਲਡਸ 2030 ਤੱਕ। ਠੀਕ ਹੈ, ਸੋ ਡਰੋਨਸ ਜਿਹੜੇ ਆ ਕਾਫੀ ਇੰਪੋਰਟੈਂਟ ਰੋਲ ਪਲੇ ਕਰਦੇ ਆ। ਅਗਰ ਲੇਬਰ ਨਹੀਂ ਹੈ ਤੁਸੀਂ ਡਰੋਨਸ ਦੇ ਥਰੂ ਕੰਮ ਕਰ ਸਕਦੇ ਹੋ, ਐਫੀਸ਼ੀਐਂਸੀ ਵੱਧਦੀ ਹੈ, ਕੋਸਟ ਘੱਟਦੀਆਂ ਨੇ, ਗਵਰਨਮੈਂਟ ਦੀ ਸਪੋਰਟ ਕਾਫੀ ਜ਼ਿਆਦਾ ਹੈ, ਇਸ ਲਈ ਤੁਹਾਨੂੰ ਸਬਸਿਡੀਜ਼ ਵਗੈਰਾ ਵੀ ਮਿਲ ਜਾਣਗੀਆਂ। ਸੋ ਇਸੇ ਲਈ ਡਰੋਨਸ ਦੀ ਅਡੋਪਸ਼ਨ ਫਾਰਮਿੰਗ 'ਚ ਕਾਫੀ ਜ਼ਿਆਦਾ ਹੋ ਰਹੀ ਹੈ। ਠੀਕ ਹੈ, ਸੋ ਟੈਕਨੋਲੋਜੀ ਇਨ ਐਗਰੀਕਲਚਰ ਦਾ ਇੱਕ ਇੰਪੋਰਟੈਂਟ ਪਾਰਟ ਹੈ, ਪਲੀਜ਼ ਡਰੋਨ ਟੈਕਨੋਲੋਜੀ ਨੂੰ ਯਾਦ ਰੱਖਣਾ, ਰਾਈਟ? ਸੋ ਇਟ ਇਜ਼ ਸੇਇੰਗ ਕਿ ਡਰੋਨ ਅਡੋਪਸ਼ਨ ਅਗਲੇ ਆਉਣ ਵਾਲੇ ਸਾਲਾਂ 'ਚ 80% ਵੀ ਹੋ ਸਕਦੀ ਹੈ। ਕਰੰਟਲੀ ਇਟ ਇਜ਼ ਜਸਟ 1% ਦੇ ਅਰਾਊਂਡ, ਰਾਈਟ? ਨਾਓ ਇੰਡੀਆ ਸ਼੍ਰੀਲੰਕਾ ਦੇ ਜਿਹੜੇ ਨਿਊ ਪ੍ਰੈਜ਼ੀਡੈਂਟ ਨੇ ਦਸਨਾਇਕ, ਇਹ ਇੰਡੀਆ ਵਿਜ਼ਿਟ ਕਰ ਰਹੇ ਨੇ, ਤਾਂ ਇਸ ਲਈ ਇੰਡੀਆ ਸ਼੍ਰੀਲੰਕਾ ਦੇ ਟਾਈਜ਼ ਬਹੁਤ ਇੰਪੋਰਟੈਂਟ ਹੋ ਜਾਂਦੇ ਆ। ਕੁਐਸਚਨਸ ਕੈਨ ਬੀ ਆਸਕਡ। ਸੋ ਇਸ ਮੀਟ ਦੇ ਵਿੱਚ ਕਿਆ ਡਿਸਾਈਡ ਹੋਇਆ ਹੈ ਥੋੜਾ ਬ੍ਰੌਡਲੀ ਆਪਾਂ ਦੇਖ ਲੈਂਦੇ ਆ। ਫਰਸਟਲੀ ਇਹ ਡਿਸਾਈਡ ਕੀਤਾ ਗਿਆ ਹੈ ਕਿ ਪੋਲੀਟੀਕਲ ਲੀਡਰਸ਼ਿਪ ਲੈਵਲ ਦੀ ਮੀਟਿੰਗਸ ਜਿਹੜੀਆਂ ਉਹਨਾਂ ਨੂੰ ਇਨਕਰੀਜ਼ ਕੀਤੀਆਂ ਜਾਣਗੀਆਂ। ਸੋ ਚਾਹੇ ਮਿਨਿਸਟਰਸ ਹੋਣ, ਸੈਕਟਰੀਜ਼ ਹੋਣ, ਪਾਰਲੀਮੈਂਟੇਰੀਅਨਸ ਹੋਣ, ਦੇਰ ਵਿਲ ਬੀ ਹਾਈਅਰ ਐਕਸਚੇਂਜਿਸ ਆਫ ਇੰਡੀਆ ਸ਼੍ਰੀਲੰਕਾ ਲੀਡਰਸ਼ਿਪ। ਠੀਕ ਹੈ, ਤਾਂ ਦਿਸ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਜਦ ਲੀਡਰਸ ਮਿਲਣਗੇ ਉਹੀ ਗੱਲਬਾਤ ਕਰਨਗੇ, ਪ੍ਰਪੋਜ਼ਲਸ ਰੱਖਣਗੇ ਤੇ ਫਿਊਚਰ ਡਿਵੈਲਪਮੈਂਟ ਲਈ ਅੱਗੇ ਵਧਾਉਣਗੇ ਗੱਲਬਾਤ ਨੂੰ, ਰਾਈਟ? ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਡਿਵੈਲਪਮੈਂਟ ਕੋਆਪਰੇਸ਼ਨ ਨੂੰ ਅੱਗੇ ਵਧਾਉਣ ਲਈ, ਸ਼੍ਰੀਲੰਕਾ ਨੂੰ ਡਿਵੈਲਪ ਕਰਨ 'ਚ ਹੈਲਪ ਕਰਨ ਲਈ ਇੰਡੀਆ ਵਿਲ ਬੀ ਫੋਕਸਿੰਗ ਔਨ ਟਾਈਮਲੀ ਇੰਪਲੀਮੈਂਟੇਸ਼ਨ ਆਫ ਪ੍ਰੋਜੈਕਟਸ ਨੂੰ ਕੰਪਲੀਟ ਕਰਨਾ ਐਕਚੁਅਲੀ ਜਿਹੜੇ ਉਹ ਸਟਾਰਟ ਕਰਦਾ ਹੈ, ਤੇ ਨਵੇਂ ਪ੍ਰੋਜੈਕਟਸ ਨੂੰ ਐਕਸਪਲੋਰ ਕਰਨਾ, ਰਾਈਟ? ਦੈਨ ਸ਼੍ਰੀਲੰਕਾ ਨੂੰ ਹੈਲਪ ਕਰਨ ਲਈ ਸ਼੍ਰੀਲੰਕਾ ਦੇ ਆਫਿਸਰਸ ਦੀ ਟ੍ਰੇਨਿੰਗ ਤੇ ਕੈਪੈਸਿਟੀ ਬਿਲਡਿੰਗ 'ਚ ਇੰਡੀਆ ਹੈਲਪ ਕਰੇਗਾ, ਜਿਵੇਂ ਕਿ ਸ਼੍ਰੀਲੰਕਾ ਦੇ ਸਿਵਲ ਸਰਵੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਏਗੀ। ਆਲਰੇਡੀ ਤੁਸੀਂ ਦੇਖੋ ਭੂਟਾਨ, ਨੇਪਾਲ, ਮਾਲਦੀਵਸ ਇਹੋ ਜਿਹੀਆਂ ਕੰਟਰੀਜ਼ ਹੈ ਜਿਨ੍ਹਾਂ ਦੇ ਆਫੀਸ਼ੀਅਲਸ, ਇਵਨ ਅਫਗਾਨਿਸਤਾਨ, ਜਿਨ੍ਹਾਂ ਦੇ ਬੱਚਿਆਂ ਨੂੰ ਅਸੀਂ ਆਲਰੇਡੀ ਆਪਦੀ ਅਕੈਡਮੀਜ਼ 'ਚ ਟ੍ਰੇਨ ਕਰ ਰਹੇ ਹਾਂ। ਆਰਮੀ ਅਕੈਡਮੀ ਹੋਵੇ ਜਾਂ ਲਬਾਸਨਾ ਤੁਹਾਡੀ ਹੈ ਜਿਹੜੀ UPSC ਦੇ ਥਰੂ ਤੁਸੀਂ ਪਹੁੰਚਦੇ ਹੋ, ਉੱਥੇ ਤੁਸੀਂ ਦੇਖੋਗੇ ਫੋਰਨ ਬੱਚੇ ਵੀ ਪੜ੍ਹਨ ਆਉਂਦੇ ਆ, ਫੋਰਨ ਆਫਿਸਰਸ ਹੈ ਜੋ ਆਪਦੇ ਐਗਜ਼ਾਮ ਕਰਨ ਕਲੀਅਰ ਕਰਕੇ ਪੜ੍ਹਨ ਆਏ ਨੇ। ਠੀਕ ਹੈ, ਸੋ ਦੈਟ ਇਜ਼ ਵੇਅਰ ਵੀ ਨੀਡ ਟੂ ਫੋਕਸ। ਸ਼੍ਰੀਲੰਕਾ ਦੇ ਵੀ ਹੁਣ ਬੱਚਿਆਂ ਨੂੰ ਇੰਡੀਆ ਟ੍ਰੇਨ ਕਰੇਗਾ, ਵਿਚ ਇਜ਼ ਵੈਰੀ ਕਰੂਸ਼ੀਅਲ। ਕਨੈਕਟੀਵਿਟੀ ਵਧਾਉਣ ਲਈ, ਠੀਕ ਹੈ, ਇੰਡੀਆ ਇੱਥੇ ਹੈ, ਸ਼੍ਰੀਲੰਕਾ ਇੱਥੇ ਹੈ, ਦੋਨਾਂ ਨੂੰ ਲਿੰਕ ਕਰਨ ਲਈ ਕਨੈਕਟੀਵਿਟੀ ਵੀ ਹੋਣੀ ਚਾਹੀਦੀ ਹੈ, ਤਾਂ ਹੀ ਪੀਪਲ ਵਿਲ ਮੂਵ, ਲੀਡਰਸ ਵਿਲ ਮੂਵ, ਟ੍ਰੇਡ ਵਿਲ ਮੂਵ। ਸੋ ਉਹਦੇ ਲਈ ਪੈਸੇਂਜਰ ਫੈਰੀ ਸਰਵਿਸਿਜ਼ ਨੂੰ ਇਨਕਰੀਜ਼ ਕੀਤਾ ਜਾਏਗਾ, ਤੇ ਜਿਹੜਾ ਪੋਰਟ ਹੈ ਕਨਕੇ ਸੰਥੁਰਾਏ ਪੋਰਟ, ਉਹਨੂੰ ਰੀਹੈਬਿਲਿਟੇਟ ਕੀਤਾ ਜਾਏਗਾ ਸੋ ਦੈਟ ਇਟ ਕੈਨ ਬੀ ਯੂਜ਼ਡ ਈਜ਼ੀਲੀ, ਰਾਈਟ? ਇਹ 2 ਸਟੈਪਸ ਪ੍ਰਪੋਜ਼ ਕੀਤੇ ਗਏ ਨੇ, ਦੈਟ ਇਜ਼ ਵਾਈ ਆਈ ਐਮ ਟੈਲਿੰਗ ਯੂ ਥੀਸ ਪਾਰਟਿਕੂਲਰ ਥਿੰਗਸ। ਕਰਨ ਨੂੰ ਤਾਂ ਹੋਰ ਬਹੁਤ ਕੁਝ ਕਰ ਸਕਦੇ ਹੈ, ਬਟ ਥੀਸ ਆਰ ਦ ਇਨੀਸ਼ੀਏਟਿਵਸ ਦੈਟ ਦੀ ਕੰਟਰੀਜ਼ ਹੈਵ ਡਿਸਾਈਡਡ ਟੂ ਟੇਕ ਇਨ ਦਿਸ ਮੀਟਿੰਗ। ਠੀਕ ਹੈ, ਨੈਕਸਟ ਬਹੁਤ ਇੰਪੋਰਟੈਂਟ ਹੈ એનર્ਜੀ ਕੋਆਪਰੇਸ਼ਨ ਤੇ ਦੇ ਵਾਂਟ ਟੂ ਵਰਕ। એનર્ਜੀ ਕੋਆਪਰੇਸ਼ਨ ਲਈ ਕਾਫੀ ਏਰੀਆਜ਼ ਤੇ ਫੋਕਸ ਕਰਨਗੇ। ਸਾਮਪੁਰ ਸੋਲਰ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾਏਗਾ, LNG ਐਕਸਪੋਰਟਸ ਜਾਂ LNG ਟ੍ਰੇਡ ਨੂੰ ਪ੍ਰਮੋਟ ਕੀਤਾ ਜਾਏਗਾ, ਬਿਗ ਗ੍ਰਿਡ ਇੰਟਰਕਨੈਕਸ਼ਨ ਬਣਾਈ ਜਾਏਗੀ ਤਾਂ ਕਿ ਸ਼੍ਰੀਲੰਕਾ ਆਪਦੀ ਇਲੈਕਟ੍ਰਿਸਿਟੀ ਵੇਚਣਾ ਚਾਹੁੰਦਾ ਹੈ ਜਾਂ ਇੰਡੀਆ ਤੋਂ ਬਾਈ ਕਰਨਾ ਚਾਹੁੰਦਾ ਹੈ, ਦੈਟ ਕੈਨ ਬੀ ਈਜ਼ੀਲੀ ਡਨ। ਆਫਸ਼ੋਰ ਵਿੰਡ ਪਾਵਰ, ਦੋਨੋਂ ਕੋਸਟਲ ਏਰੀਆਜ਼ ਨੇ, ਇੱਥੇ ਵਿੰਡ એનર્ਜੀ ਦਾ ਬਹੁਤ ਪੋਟੈਂਸ਼ੀਅਲ ਹੈ, ਉਹਨੂੰ ਐਕਸਪਲੋਰ ਕਰਨਗੇ। ਐਂਡ ਟੈਂਕ ਫਾਰਮਸ ਐਟਸੈਟਰਾ ਜਿਹੜੀ ਹੈ ਉਹ ਏਰੀਆ 'ਚ એનર્ਜੀ ਕੋਆਪਰੇਸ਼ਨ ਨੂੰ ਪ੍ਰਮੋਟ ਕਰਨਗੇ, ਰਾਈਟ? ਐਂਡ ਫਾਈਨਲੀ ਏਰੀਆ ਬਚਦਾ ਹੈ ਟ੍ਰੇਡ ਐਂਡ ਇਨਵੈਸਟਮੈਂਟ, ਬਹੁਤ ਕਰੂਸ਼ੀਅਲ ਏਰੀਆ ਹੈ। ਸੋ ਇਸ 'ਚ ਦੋਨੋਂ ਕੰਟਰੀਜ਼ ਇਕਨੋਮਿਕ ਐਂਡ ਟੈਕਨੋਲੋਜੀਕਲ ਕੋਆਪਰੇਸ਼ਨ ਅਗਰੀਮੈਂਟ ਤੇ ਆਲਰੇਡੀ ਗੱਲਬਾਤ ਕਰ ਰਹੇ ਹੈ, ਇਕਨੋਮਿਕ ਐਂਡ ਟੈਕਨੋਲੋਜੀ ਏਰੀਆ 'ਚ ਕੋਆਪਰੇਸ਼ਨ ਲਈ। ਸੋ ਇਹਨੂੰ ਐਕਚੁਅਲੀ ਅੱਗੇ ਵਧਾਇਆ ਜਾਏਗਾ। ਇੰਡੀਆ ਸ਼੍ਰੀਲੰਕਾ ਕਰੰਸੀ ਦਾ ਟ੍ਰੇਡ ਸੈਟਲਮੈਂਟ ਸਿਸਟਮ ਕੀਤਾ ਜਾਏਗਾ ਤਾਂ ਕਿ ਡਾਲਰ ਵਾਲਰ 'ਚ ਟ੍ਰੇਡ ਘੱਟ ਕਰਨ, ਇਹ ਆਪਦੀਆਂ ਨੇਟਿਵ ਕਰੰਸੀਜ਼ 'ਚ ਜ਼ਿਆਦਾ ਐਕਸਚੇਂਜਿਸ ਕਰ ਸਕਣ, ਤੇ ਇੰਡੀਆ ਵਿਲ ਇਨਵੈਸਟ ਪ੍ਰਮੋਟ ਇਟਸ ਇਨਵੈਸਟਰਸ ਟੂ ਇਨਵੈਸਟ ਇਨ ਸ਼੍ਰੀਲੰਕਾ। ਠੀਕ ਹੈ, ਸੋ ਥੀਸ ਆਰ ਦ ਇੰਪੋਰਟੈਂਟ ਡਿਵੈਲਪਮੈਂਟਸ ਰਿਲੇਟਿਡ ਟੂ ਇੰਡੀਆ ਸ਼੍ਰੀਲੰਕਾ। ਪਲੀਜ਼ ਇਹ ਸਾਰੇ ਪੁਆਇੰਟਸ ਲਿਖ ਕੇ ਰੱਖੋ, ਥੀਸ ਯੂ ਕੈਨ ਯੂਜ਼ ਇਨ ਯੋਰ ਆਂਸਰਸ।
Then La Nina ਦਾ impact क्या हो रहा है Indian climate पे? I hope you understand what is La Nina. Please read your geography basics, or you can join our batch also to understand that. So I will not be going into the detail, but these are the definition and all that you can read. ठीक है, तो इस साल ਦਾ ट्रिपल डिप ला नीना ਇੰਡੀਆ ਫੇਸ ਕਰ ਰਿਹਾ ਹੈ। ਅਗੇਨ ਯੂ ਵਿਲ ਅੰਡਰਸਟੈਂਡ ਦਿਸ ਇਨ ਦਾ ਬੇਸਿਕਸ। ਸੋ ਇਹਦਾ ਇੰਪੈਕਟ ਕਿਆ ਹੈ ਤੁਸੀਂ ਦੇਖੋ, ਬੇਸਿਕਲੀ ਉਹ ਪੁਆਇੰਟਸ ਆਪਣੇ ਲਈ ਜ਼ਰੂਰੀ ਹੈ। ਤਾਂ ਨਾਰਥ ਦੇ ਵਿੱਚ ਇਟ ਇਜ਼ ਸੇਇੰਗ ਕਿ ਬਈ ਵਿੰਟਰ ਡੀਲੇ ਹੋ ਗਈ ਹੈ, ਇਸੀलिए ਤੁਸੀਂ ਦੇਖੋ ਹਜੇ ਤੱਕ ਆਪਾਂ ਨੂੰ ਨਹੀਂ ਲੱਗ ਰਿਹਾ ਸੀ ਕਿ ਵੀ ਠੰਡ ਆ ਗਈ ਹੈ, ਕੋਈ ਖਾਸ ਠੰਡ ਹਜੇ ਪਈ ਨਹੀਂ ਹੈ ਅਗਰ ਤੁਸੀਂ ਦੇਖੋ ਯੂਜੂਅਲ ਨਾਲ, ਰਾਈਟ। ਇਹ ਲਾ ਨੀਨਾ ਦੇ ਕਰਕੇ ਹੀ ਹੈ। ਸੈਕੰਡਲੀ ਸਦਰਨ ਏਰੀਆਜ਼ ਕੋਲਡਰ ਵਿੰਟਰ ਵਿਟਨੈਸ ਕਰ ਰਹੇ ਹੈ, ਅਦਰਵਾਈਜ਼ ਉੱਥੇ ਇੰਨੀ ਠੰਡ ਨਹੀਂ ਹੁੰਦੀ, ਸਾਰਾ ਸਾਲ ਨਾਰਮਲ ਜਿਹਾ ਟੈਂਪਰੇਚਰ ਰਹਿੰਦਾ ਹੈ, ਬਟ ਦਿਸ ਈਅਰ ਬਿਕੋਜ਼ ਆਫ ਲਾ ਨੀਨਾ ਦੇ ਆਰ ਐਕਸਪੀਰੀਅੰਸਿੰਗ ਕੋਲਡਰ ਦੈਨ ਯੂਜੂਅਲ ਵਿੰਟਰ। ਇਹਨੂੰ ਸਦਰਨ ਚਿਲ ਦਾ ਨਾਮ ਵੀ ਦਿੱਤਾ ਗਿਆ ਹੈ। ਦਿਸ ਇਜ਼ ਆਲ ਬਿਕੋਜ਼ ਆਫ ਲਾ ਨੀਨਾ, ਰਾਈਟ। ਐਂਡ ਇਟ ਇਜ਼ ਐਕਸਪੈਕਟਡ ਕਿ ਅਗਰ ਇਸੇ ਤਰੀਕੇ ਨਾਲ ਇੰਪੈਕਟ ਰਿਹਾ ਤਾਂ ਕਾਫੀ ਜ਼ਿਆਦਾ ਠੰਡ ਪਏਗੀ ਜਦ ਵੀ ਉਹ ਪਏਗੀ, ਈਵਨ ਇਨ ਦੀ ਨਦਰਨ ਏਰੀਆਜ਼, ਰਾਈਟ। ਸੋ ਦਿਸ ਇਜ਼ ਵਾਟ ਦਿਸ ਆਰਟੀਕਲ ਇਜ਼ ਸੇਇੰਗ। ਨਾਓ ਇਹ ਹੈ ਸਾਰੀਆਂ ਆਪਣੀਆਂ ਮੇਨਸ ਲਈ ਇੰਪੋਰਟੈਂਟ ਆਰਟੀਕਲਸ। ਹੁਣ ਕੁਝ ਪ੍ਰੀਲਿਮ ਸਪੈਸੀਫਿਕ ਆਰਟੀਕਲ ਜਿਹਦੇ ਤੁਸੀਂ ਸਿਰਫ ਫੈਕਟਸ ਯਾਦ ਕਰਨੇ ਹੁੰਦੇ ਹੈ। ਸੋ ਇੱਕ ਵੱਡੇ ਫਰੀडम फाइटर ਤੇ ਤਮਿਲ ਪੋਏਟ ਰਹਿ ਚੁੱਕੇ ਨੇ ਸੁਬਰਾਮਨਿਅਮ ਭਾਰਤੀ, ਰਾਈਟ। ਇਹਨਾਂ ਦੇ ਵਰਕਸ ਨੂੰ ਪੂਰਾ ਕੰਪਾਈਲ ਕਰਕੇ ਇੱਕ ਬੁੱਕ ਲਾਂਚ ਕੀਤੀ ਹੈ ਪ੍ਰਾਈਮ ਮਿਨਿਸਟਰ ਮੋਦੀ ਨੇ, ਦੈਟ ਇਜ਼ ਵਾਈ ਇਟ ਇਜ਼ ਇਨ ਨਿਊਜ਼। ਸੋ ਕੁਐਸਚਨ ਆ ਸਕਦਾ ਹੈ ਪ੍ਰੀਲਿਮਸ ਤੇ, ਥੋੜਾ ਬਹੁਤ ਯਾਦ ਰੱਖੋ, ਠੀਕ ਹੈ। ਸੋ ਦਿਸ ਇਜ਼ ਦ ਫਿਗਰ, ਯੂ ਕੈਨ ਰਿਮੈਂਬਰ ਦੀ ਫਿਗਰ। ਇਹਨਾਂ ਦਾ ਨਾਮ ਹੈ ਸੁਬਰਾਮਨਿਆ ਭਾਰਤੀ, ਤਮਿਲ ਜੋ ਇੰਡੀਆ ਦੀ ਤਮਿਲ ਸਟੇਟ ਹੈ ਉੱਥੋਂ ਦੇ ਇਹ ਰਿਪਰੈਜ਼ੈਂਟੇਟਿਵ ਨੇ, ਰਾਈਟ। ਫਰੀडम ਸਟਰਗਲ ਤੇ ਪੈਟਰੀਟਿਜ਼ਮ ਤੇ ਇੰਡੀਅਨ ਨੈਸ਼ਨਲਿਜ਼ਮ ਤੇ ਇਹਨਾਂ ਨੇ ਕਾਫੀ ਵਰਕਸ ਲਿਖੇ ਹੈ। ਇਹਨਾਂ ਦੇ ਵਰਕਸ ਨੂੰ ਸਟੇਟ ਗਵਰਨਮੈਂਟ ਯਾਨੀ ਤਮਿਲਨਾਡੂ ਗਵਰਨਮੈਂਟ ਨੇ ਆਲਰੇਡੀ ਨੈਸ਼ਨਲਾਈਜ਼ ਕਰਤਾ ਹੈ, ਯਾਨੀ ਕਿ ਕੋਈ ਵੀ ਪ੍ਰਾਈਵੇਟ ਬੰਦਾ ਇਹਨਾਂ ਦੇ ਵਰਕਸ ਨੂੰ ਕਲੇਮ ਨਹੀਂ ਕਰ ਸਕਦਾ, ਗਵਰਨਮੈਂਟ ਵਿਲ ਬੀ ਯੂਜ਼ਿੰਗ ਦ ਵਰਕਸ, ਠੀਕ ਹੈ। ਸੋ ਇਹਨਾਂ ਦੀ ਪੂਰੀ ਕੰਪਾਈਲੇਸ਼ਨ ਹੁਣ ਪ੍ਰਾਈਮ ਮਿਨਿਸਟਰ ਮੋਦੀ ਨੇ ਲਾਂਚ ਕੀਤੀ ਹੈ। ਸੋ ਇਹਨਾਂ ਬਾਰੇ ਥੋੜਾ ਜਿਹਾ ਪੜ੍ਹ ਲਓ ਤਾਂ ਕਿ ਕੁਐਸਚਨਸ ਵਗੈਰਾ ਆਨਸਰ ਕਰ ਸਕੇ, ਠੀਕ ਹੈ ਜੀ। ਇਹ ਪੋਇਟ ਰਹੇ ਨੇ, ਫਰੀडम फाइटर ਰਹੇ ਨੇ, ਸੋਸ਼ਲ ਰਿਫਾਰਮਰ ਰਹੇ ਨੇ, ਬੇਸਿਕਲੀ ਤਮਿਲਨਾਡੂ ਨੂੰ ਬਿਲੋਂਗ ਕਰਦੇ ਨੇ, ਉੱਥੇ ਹੀ ਜਨਮ ਹੋਇਆ, ਉੱਥੇ ਹੀ ਇਹਨਾਂ ਦੀ ਡੈਥ ਹੋਈ ਹੈ। ਨੈਸ਼ਨਲਿਜ਼ਮ ਤੇ ਫਰੀडम ਸਟਰਗਲ ਤੇ ਕਾਫੀ ਜ਼ਿਆਦਾ ਸੌਂਗਸ, ਪੋਇਮਸ, ਮੋਟੀਵੇਸ਼ਨਲ ਰਾਈਟਅਪਸ ਇਹਨਾਂ ਨੇ ਇੰਡੀਆ ਨੂੰ ਦਿੱਤੇ ਨੇ, ਠੀਕ ਹੈ। ਇਹ ਵੇਰੀਅਸ ਨਿਊਜ਼ਪੇਪਰਸ ਯਾਨੀ ਕਿ ਤਮਿਲ ਡੇਲੀ, ਸਵਦੇਸ਼ ਮਿੱਤਰਮ ਇਹ ਜਿਹੀ ਜਗ੍ਹਾ ਤੇ ਕੰਮ ਕਰ ਚੁੱਕੇ ਨੇ, ਰਾਈਟ। ਸੋ ਔਰੋਬਿੰਦੋ ਘੋਸ਼ ਨੂੰ ਵੀ ਇਹ ਅਸਿਸਟ ਕਰ ਚੁੱਕੇ ਨੇ ਆਰਿਆ ਜਰਨਲ ਵਗੈਰਾ ਪ੍ਰੋਡਿਊਸ ਕਰਨ 'ਚ, ਰਾਈਟ। ਐਂਡ ਐਗਜ਼ਾਈਲ 'ਚ ਵੀ ਰਹੇ ਨੇ ਬ੍ਰਿਟਿਸ਼ ਇੰਡੀਆ ਦੇ ਵਿੱਚ ਇਹ, ਤੇ ਇਸ ਤਰੀਕੇ ਨਾਲ ਇਹਨਾਂ ਨੇ ਕੰਟਰੀਬਿਊਟ ਕੀਤਾ ਹੈ। ਇਹਨਾਂ ਦੇ ਬੈਸਟ ਨੋਨ ਵਰਕਸ ਦੇ ਨਾਮ ਥੋੜੇ ਯਾਦ ਕਰ ਲਓ, ਪੰਚਾਲੀ ਸਪਥਮ ਐਂਡ ਕੁਇਲ ਪੱਟੂ, ਕਨਮ ਪੱਟੂ, ਇਸ ਤਰੀਕੇ ਨਾਲ ਇਹਨਾਂ ਦੇ ਫੇਮਸ ਵਰਕਸ ਨੇ, ਇਹ ਯਾਦ ਰੱਖੋ, ਇਹ ਤੇ ਕੁਐਸਚਨ ਆ ਸਕਦਾ ਹੈ, ਰਾਈਟ। ਨੈਕਸਟ ਹੈ ਸੋਸ਼ਲ ਡਾਇਲੌਗ ਰਿਪੋਰਟ। ਇਹ ਰਿਪੋਰਟ ਤੇ ਕੁਐਸਚਨ ਆ ਸਕਦਾ ਹੈ। ਰਿਪੋਰਟ ਕੌਣ ਪਬਲਿਸ਼ ਕਰਦਾ ਹੈ? ILO, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਹੈ। ਲੇਬਰ ਨਾਲ ਮੋਸਟਲੀ ਜਿੰਨੀ ਰਿਪੋਰਟਸ ਹੈ ਨਾ ਇਹ ਹੀ ਆਰਗੇਨਾਈਜੇਸ਼ਨ ਕਰਦੀ ਹੈ। ਸੋਸ਼ਲ ਡਾਇਲੌਗ 'ਚ ਕਿਹਦਾ ਗੱਲ ਕੀਤੀ ਜਾ ਰਹੀ ਹੈ ਕਿ ਬਈ ਲੇਬਰ ਦਾ ਵੀ ਰਾਈਟ ਹੈ ਟੂ ਡਿਸਕਸ ਥਿੰਗਸ, ਟੂ ਫਾਰਮ ਐਸੋਸੀਏਸ਼ਨ, ਟੂ ਕ੍ਰੀਏਟ ਗਰੁੱਪਸ। ਕੋਈ ਵੀ ਇੰਡਸਟਰੀ ਜਾਂ ਗਵਰਨਮੈਂਟ ਇਹਨੂੰ ਬੈਨ ਜਾਂ ਇਹਨੂੰ ਰਿਸਟ੍ਰਿਕਟ ਨਹੀਂ ਕਰ ਸਕਦੀ। ਦੈਟ ਇਜ਼ ਵਾਟ ਦਿਸ ਰਿਪੋਰਟ ਇਜ਼ ਟਾਕਿੰਗ ਕਿ ਬਈ ਗਵਰਨਮੈਂਟਸ ਤੇ ਕੰਪਨੀਜ਼ ਨੂੰ ਇਹ ਫਰੀਲੀ ਪ੍ਰਮੋਟ ਕਰਨਾ ਚਾਹੀਦਾ ਹੈ ਕਿ ਲੇਬਰ ਮਿਲ ਕੇ ਐਸੋਸੀਏਸ਼ਨ ਬਣਾਉਣ, ਲੇਬਰ ਯੂਨੀਅਨਸ ਬਣਾਉਣ, ਬਿਕੋਜ਼ ਦੈਟ ਅਪਹੋਲਡਸ ਦੇਅਰ ਫੰਡਾਮੈਂਟਲ ਰਾਈਟ ਟੂ ਮੇਕ ਐਸੋਸੀਏਸ਼ਨ। ਸਾਡੇ ਆਰਟੀਕਲ 19 ਸਾਡੇ ਕਨਸਟੀਟਿਊਸ਼ਨ 'ਚ ਵੀ ਇਹ ਲਿਖਿਆ ਹੋਇਆ ਹੈ, ਰਾਈਟ। ਦੈਟ ਇਜ਼ ਵਾਟ ਦਿਸ ਰਿਪੋਰਟ ਇਜ਼ ਸੇਇੰਗ। RBI, ਇੰਡੀਅਨ ਰਿਜ਼ਰਵ ਬੈਂਕ, ਸੈਂਟਰਲ ਬੈਂਕ ਦੇ ਵਿੱਚ ਨਵੇਂ ਗਵਰਨਰ ਆਏ ਨੇ, 26th ਗਵਰਨਰ ਦੀ ਤਰ੍ਹਾਂ ਜੁਆਇਨ ਕੀਤਾ ਹੈ ਸੰਜੇ ਮਲਹੋਤਰਾ ਨੇ, ਜਿਹੜੇ ਕਿ ਇੱਕ ਬਿਊਰੋਕਰੈਟ ਰਹਿ ਚੁੱਕੇ ਨੇ, ਮਤਲਬ ਇਹ ਬਾਈ ਬੈਕਗਰਾਊਂਡ ਇਕੋਨੋਮਿਸਟ ਨਹੀਂ ਹੈ, IAS ਅਫਸਰ ਵਗੈਰਾ ਹੋਣਗੇ ਪਾਸ ਦੇ ਵਿੱਚ, ਐਂਡ ਨਾਓ ਹੀ ਵਿਲ ਬੀ ਦ RBI ਗਵਰਨਰ, ਠੀਕ ਹੈ। ਨਾਮ ਯਾਦ ਰੱਖਣਾ, ਅਗੇਨ ਕੁਐਸਚਨ ਕੈਨ ਬੀ ਆਸਡ। ਵਰਲਡ ਚੈਸ ਚੈਂਪੀਅਨਸ਼ਿਪ ਵਿੱਚ ਇੰਡੀਅਨ ਛੋਟੇ ਜਿਹੇ ਬੱਚੇ ਨੇ ਗੁਕੇਸ਼ ਨੇ ਫਿਰ ਤੋਂ ਨਾਮ ਰੋਸ਼ਨ ਕੀਤਾ ਹੈ। ਹੀ ਹੈਜ਼ ਬਿਕਮ ਦੀ ਯੰਗੈਸਟ ਵਰਲਡ ਚੈਸ ਚੈਂਪੀਅਨ ਆਫਟਰ ਡਿਫੀਟਿੰਗ ਚਾਈਨਾਜ਼ ਡਿੰਗ ਲਾਇਰੇਨ, ਠੀਕ ਹੈ। ਸੋ ਹੁਣ ਦੇਖੋ ਇਹ ਸਿਰਫ 18 ਸਾਲ ਦੇ ਨੇ, ਐਂਡ ਇਹਨਾਂ ਨੇ ਜੋ ਵਰਲਡ ਚੈਂਪੀਅਨ, 올ਡ ਵਰਲਡ ਚੈਂਪੀਅਨ ਹੈ ਗੈਰੀ ਕੈਸਪਰੋਵ, ਉਹਨੂੰ ਵੀ ਉਹਦਾ ਵੀ ਰਿਕਾਰਡ ਬ੍ਰੇਕ ਕਰ ਦਿੱਤਾ ਹੈ, ਰਾਈਟ। 40 ਸਾਲਾਂ ਤੋਂ ਹੀ ਵਾਜ਼ ਦੀ ਯੰਗੈਸਟ ਚੈਸ ਚੈਂਪੀਅਨ ਗੈਰੀ ਕੈਸਪਰੋਵ,
ਹੁਣ ਉਹਦਾ ਰਿਕਾਰਡ ਬ੍ਰੇਕ ਕਰਕੇ ਗੁਕੇਸ਼ ਇੰਡੀਆ ਦੇ ਬਣ ਗਏ ਨੇ ਯੰਗੈਸਟ ਚੈਸ ਚੈਂਪੀਅਨ। ਇਹ ਯਾਦ ਰੱਖੋ, ਇਹ ਤੇ ਹਾਈਲੀ ਲਾਈਕਲੀ ਹੈ ਕੁਐਸਚਨਸ ਆਣ, ਰਾਈਟ। ਇਹ ਪ੍ਰੋਡਿਜੀ ਨੇ, ਵਿਸ਼ਵਨਾਥਨ ਆਨੰਦ ਨੇ, ਬਹੁਤ ਹੀ ਵੱਡੇ ਪਲੇਅਰ ਨੇ ਇੰਡੀਆ ਦੇ, ਚੈਸ ਨੂੰ ਪੂਰਾ ਰਿਫਾਰਮ ਕਰ ਦਿੱਤਾ ਇਹਨਾਂ ਨੇ। ਇਹੀ ਇਹਨਾਂ ਦੇ ਮੈਂਟਰ ਜਾਂ ਤੁਸੀਂ ਕਹਿ ਸਕਦੇ ਹੋ ਗਾਈਡ ਰਹੇ ਨੇ, ਰਾਈਟ। ਦੈਟ ਇਜ਼ ਦੀ ਰੋਲ ਆਫ ਮੈਂਟਰ ਐਜ਼ ਵੀ ਸੇ। ਸਾਡੇ ਐਫਰਟਸ ਨੂੰ ਡਾਇਰੈਕਸ਼ਨ ਦੇਣ 'ਚ ਕਾਫੀ ਕੰਮ ਕਰਦਾ ਹੈ ਇੱਕ ਅੱਛਾ ਮੈਂਟਰ, ਰਾਈਟ। ਫਾਈਨਲੀ ਉਸਤਾਦ ਜ਼ਾਕਿਰ ਹੁਸੈਨ, ਇਹਨਾਂ ਦੀ ਡੈਥ ਹੋ ਚੁੱਕੀ ਹੈ। ਤਾਜ ਮਹਿਲ, ਜਿਹੜੇ ਚਾਏ ਲਵਰਸ ਹੈ ਸਾਡੇ ਚੈਨਲ ਦੇ ਵਿਲ ਅੰਡਰਸਟੈਂਡ ਕਿ ਇਹ ਕੌਣ ਨੇ। ਉਹਨਾਂ ਲਈ ਇਹ ਫੇਸ ਜਿਹੜਾ ਹੈ ਕਾਫੀ ਫੈਮੀਲੀਅਰ ਰਿਹਾ ਹੋਣਾ। ਤਾਜ ਮਹਿਲ ਟੀ ਦੇ ਡੱਬੇ ਦੇ ਇਹ ਅੰਬੈਸਡਰ ਰਹੇ ਨੇ। ਸੋ ਇਹਨਾਂ ਦੀ ਡੈਥ ਹੋ ਗਈ ਹੈ। ਦੈਟ ਇਜ਼ ਵਾਈ ਹੀ ਕੈਨ ਬੀ ਆਸਡ ਇਨ ਦ ਕੁਐਸਚਨ। ਫੇਮਸ ਤਬਲਾ ਪਲੇਅਰ ਰਹੇ ਨੇ ਇਹ, ਐਜ਼ ਯੂ ਕੈਨ ਸੀ ਇਨ ਦ ਇਮੇਜ। ਇਹਨਾਂ ਦੇ ਵਰਕਸ ਕਰਕੇ ਇਹਨਾਂ ਨੂੰ ਕਾਫੀ ਸਾਰੇ ਅਵਾਰਡਸ ਤੇ ਰਿਕਗਨਾਈਜੇਸ਼ਨਸ ਮਿਲੀਆਂ ਹੈ। ਯੂਨਾਈਟਿਡ ਸਟੇਟਸ ਦੀ ਨੈਸ਼ਨਲ ਐਂਡਾਊਮੈਂਟ ਮਿਲੀ ਹੈ। ਸੰਗੀਤ ਨਾਟਕ ਅਕੈਡਮੀ ਇੰਡੀਆ ਨੇ ਫੈਲੋਸ਼ਿਪ ਦਿੱਤੀ ਹੈ ਇਹਨਾਂ ਨੂੰ। ਰਤਨ ਸਦੱਸਿਆ ਯਾਨੀ ਕਿ ਗੋਲਡਨ ਮੈਂਬਰ ਜਿਵੇਂ ਕਹਿੰਦੇ ਆ, ਉਹਦਾ ਖਿਤਾਬ ਮਿਲਿਆ ਹੋਇਆ ਇਹਨਾਂ ਨੂੰ। ਤੇ ਗ੍ਰੈਮੀ ਅਵਾਰਡਸ ਜਿਹੜੇ ਹੈ ਉਸ 'ਚ 7 ਟਾਈਮਸ ਨੋਮੀਨੇਟ ਹੋ ਚੁੱਕੇ ਨੇ ਤੇ 4 ਟਾਈਮਸ ਉਸ 'ਚੋਂ ਜਿੱਤੇ ਵੀ ਨੇ, right? This is a very very big achievement for any foreign artist, right? So inna bare bhi yaad rakho, again questions can be asked, right? That is all for this discussion. To connect with us, to join our GS batch, to join our mentorship course or test series, just contact us on this number. We'll be there to assist you, right? That is all for this discussion. Thank you so much for joining.